ਪੁਸ਼ਤਾਂ ਪੜ੍ਹਦੀਆਂ ਰਹਿਣ ਤੇ ਇਹਨਾਂ ਬਚਨਾਂ ਦੇ ਧਾਰਨੀ ਹੋ ਕੇ ਸਾਹਿਬ ਦੇ ਨਾਲ ਜੁੜਦੇ ਰਹਿਣ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਅੱਜ 33ਵੀਂ ਵਾਰ ਜਿਹੜੀ ਉਹਦੀ ਆਰੰਭਤਾ ਹੁੰਦੀ ਚੱਲ ਰਹੀ ਲੜੀਵਾਰ ਕਥਾ ਵਾਰਾਂ ਦੀ। ਭਾਈ ਗੁਰਦਾਸ ਸਾਹਿਬ ਉਸ ਮਾਲਕ ਦੇ ਬਚਨ ਕਰਦਿਆਂ ਮਾਲਕ ਦਾ ਮੰਗਲ ਕਰਦੇ ਨੇ। ਸਭ ਤੋਂ ਵੱਡੀ ਗੱਲ ਹੈ ਜੇ ਸੰਸਾਰ ਨੂੰ ਤਰਨਾ ਹੈ ਨਾ, ਏਕਤਾ ਹੋਣੀ ਜ਼ਰੂਰੀ ਆ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ। ਮਹਾਰਾਜ ਕਹਿੰਦੇ ਬੀਜ ਇੱਕ ਹੋਵੇਗਾ ਤਾਂ ਉਗਵੇਗਾ, ਜੇ ਦੋ ਫਾੜ ਹੋਇਆ ਉਗਵਣਾ ਨਹੀਂ, ਔਰ ਉਹਨੇ ਉਗਵਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਤੂੰ ਇੱਕ ਨਾਲ ਜੁੜਨ ਦਾ ਯਤਨ ਕਰ। ਇੱਕ ਓੰਕਾਰ ਜੇ ਤੇਰੇ ਚਿੱਤ ਵਿੱਚ ਇੱਕ ਹੋਏਗਾ, ਜੀਵਨ ਜਿਹੜਾ ਉਗਵੈ ਔਰ ਪਰਬਤ ਦੀ ਤਰ੍ਹਾਂ ਫਲੀਭੂਤ ਹੋਵੇਗਾ, ਹਿੱਲੇਗਾ ਨਹੀਂ, ਹਲਾਇਮਾਨ ਨਹੀਂ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿੰਨਾ ਚਿਰ ਜੀਵਨ ਅੰਦਰ ਏਕਤਾ ਨਹੀਂ ਨਾ, ਉਹਨਾਂ ਚਿਰ ਯਾਦ ਰੱਖੀ ਪੱਲੇ ਤੇਰੇ ਕੁਝ ਨਹੀਂ ਹੋ ਪੈਣਾ। ਤੂੰ ਇੱਕ ਦੇ ਨਾਲ ਜੁੜ। ਪਰਿਪੂਰਨ ਪਰਮਾਤਮਾ ਇੱਕ ਹੈ ਤੇ ਉਹ ਇੱਕ ਜਿੱਥੇ ਆਪ ਹੈ ਨਾ, ਉੱਥੇ ਉਹ ਸੰਦੇਸ਼ ਵੀ ਇੱਕ ਦਾ ਦਿੰਦਾ ਹੈ। ਹੁਣ ਅਸੀਂ ਕਿਸੇ ਸਿੱਖ ਨੂੰ ਪੁੱਛ ਲਈਏ ਬਈ ਕਿਹਨੂੰ ਮੰਨਦਾ, ਕਿੰਨੇ ਕੁ ਤੇਰੇ ਇਸ਼ਟੇ, ਕਹੇਗਾ ਨਹੀਂ ਜੀ ਮੈਂ ਤਾਂ ਇੱਕੋ ਪਰਮਾਤਮਾ ਨੂੰ ਮੰਨਦਾ ਹੈ। ਹੁਣ ਇੱਕ ਓੰਕਾਰ ਕਹਿਣ ਨਾਲ, ਮਾਫ ਕਰਿਆ ਜੇ, ਇੱਕ ਓੰਕਾਰ ਕਹਿਆ ਸੁਣਨ ਨਾਲ ਕਿ ਜੀਵਨ ਦੀ ਬੇੜੀ ਪਾਰ ਲੱਗ ਜਾਏਗੀ। ਇਹ ਬੇੜੀ ਕਦੋਂ ਪਾਰ ਲੱਗਣੀ ਆ? ਜੋ ਮਹਾਰਾਜ ਨੇ ਕਹਿਆ ਹੈ ਨਾ, ਇਹਨੂੰ ਅੰਦਰ ਵਸਾ ਲਿਆ। ਜਿੰਨਾ ਚਿਰ ਅੰਦਰ ਨਹੀਂ ਵਸਿਆ, ਗੱਲ ਅਸੀਂ ਇੱਕ ਓੰਕਾਰ ਦੀ ਕਰਦੇ ਹਾਂ, ਇੱਕ ਦੀ ਕਰਦੇ ਹਾਂ, ਤੇ ਜੀਵਨ ਸਾਡਾ ਦੋਈ ਵਿੱਚ ਜਿਉਂਦਾ ਪਿਆ। ਅੰਦਰ ਸਾਡੇ ਵਿਚਾਰ ਕੁਝ ਹੋਰ ਨੇ, ਬਾਹਰ ਵਿਚਾਰ ਕੁਝ ਹੋਰ ਨੇ। ਆਪਣਿਆਂ ਲਈ ਨਜ਼ਰੀਆ ਕੁਝ ਹੋਰ ਏ, ਪਰਾਇਆਂ ਲਈ ਨਜ਼ਰੀਆ ਕੁਝ ਹੋਰ ਏ। ਇਹ ਏਕਤਾ ਵਾਲੀ ਗੱਲ ਨਹੀਂ। ਇੱਕ ਦਾ ਗੁਣ ਤੇਰੇ ਅੰਦਰ ਉਤਰ ਜਾਵੇ। ਬਾਣੀ ਨੂੰ ਬੜਾ ਗਾਵਿਆ, ਬਾਣੀ ਨੂੰ ਬੜਾ ਸੁਣਿਆ, ਗੁਸਤਾਖੀ ਮਾਫ ਅੰਦਰ ਨਹੀਂ ਬਸਾਇਆ। ਪਾਠੀ ਸਿੰਘਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਪਾਠ ਕਰ ਦਿੱਤੇ, ਗਿਆਨੀਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਕਥਾ ਕਰ ਦਿੱਤੀ, ਕਿੰਨੇ ਕਿੰਨੇ ਪੁਸਤਕਾਲ ਪੜ੍ਹ ਦਿੱਤੇ। ਗੁਸਤਾਖੀ ਮਾਫ, ਕਈ ਵਾਰ ਜੀਵਨ ਵਿੱਚੋਂ ਗੁਣਾਂ ਦੀ ਝਲਕ ਨਹੀਂ ਪੈਂਦੀ, ਨਹੀਂ ਪੈਂਦੀ। ਜੋ ਕੁਝ ਕਹਿਆ ਹੈ ਬਾਣੀ ਨੇ ਔਰ ਉਹ ਅੰਦਰ ਉਤਰ ਜਾਵੇ, ਜੀਵਨ ਵਿੱਚ ਉਤਰ ਜਾਵੇ। ਬੱਚੇ ਦੇ ਅੰਦਰੋਂ ਅਨਪੜ੍ਹਤਾ ਉਦੋਂ ਜਾਵੇਗੀ ਜਦੋਂ ਉਹਨੇ ਪੜ੍ਹਾਈ ਵਾਲੇ ਗੁਣ ਅੰਦਰ ਵਸਾਉਣੇ ਆਰੰਭ ਕਰ ਦਿੱਤੇ। ਉਹ ਰੋਜ਼ ਕਲਾਸ ਜਾ ਲਾਵੇਗਾ, ਰੋਜ਼ ਲੈਕਚਰ ਸੁਣੇਗਾ, ਰੋਜ਼ ਬਾਰ-ਬਾਰ ਰਿਪੀਟ ਕਰੇਗਾ, ਉਹਦੇ ਅੰਦਰ ਵਸ ਜਾਣਗੇ। ਅਨਪੜ੍ਹਤਾ ਦੀ ਜੜ ਖਤਮ ਹੋ ਜਾਏਗੀ, ਸੂਝ ਆ ਜਾਵੇਗੀ, ਇੱਕ ਦਿਨ ਆਪ ਲਿਖਾਰੀ ਬਣ ਜਾਵੇਗਾ। ਅਗਰ ਉਹਨੇ ਬਾਰ-ਬਾਰ ਰਿਪੀਟ ਨਹੀਂ ਕੀਤਾ, ਬਾਰ-ਬਾਰ ਦੁਹਰਾਇਆ ਨਹੀਂ, ਲੈਕਚਰ ਧਿਆਨ ਨਾਲ ਸੁਣਿਆ ਨਹੀਂ, ਕਿਤਾਬਚੇ ਨੂੰ ਪੜ੍ਹਿਆ ਨਹੀਂ, ਯਾਦ ਰੱਖਣਾ ਜਿੰਨੀਆਂ ਮਰਜ਼ੀ ਭਾਵੇਂ ਗੱਡੇ ਲੱਦ ਕੇ ਕਿਤਾਬਾਂ ਦੇ ਤੁਰਿਆ ਫਿਰੇ। ਹੁਣ ਕਈ ਦੁਕਾਨਾਂ ਤੇ ਚੱਲ ਜਾਓ, ਦੁਕਾਨਾਂ ਤੇ ਪੁਸਤਕਾਂ ਜਿੱਥੇ ਧਾਰਮਿਕ ਹੋਣ ਚਾਹੇ ਸੰਸਾਰੀ ਹੋਣ, ਉਹ ਸਾਰੇ ਲੈਕਚਰਾਰ ਨਹੀਂ ਹੁੰਦੇ, ਉਹ ਸਾਰੇ ਗਿਆਨੀ ਨਹੀਂ ਹੁੰਦੇ। ਉਹਨਾਂ ਨੂੰ ਕੋਈ ਇਲਮ ਨਹੀਂ ਹੁੰਦਾ ਕਿਹੜੀ ਕਿਤਾਬ ਵਿੱਚ ਕਿੰਨੇ ਸਫ਼ੇ ਕੀ ਮਜ਼ਮੂਨ ਨੇ ਇਹਦੇ ਅੰਦਰ, ਕਿਉਂਕਿ ਉਹਨਾਂ ਦੇਖਿਆ ਹੀ ਨਹੀਂ। ਉਹਨੂੰ ਪੜ੍ਹ ਕੇ, ਪੜ੍ਹਨ ਦਾ ਮਤਲਬ ਸੀ ਜੋ ਪੜ੍ਹਿਆ ਉਹ ਅੰਦਰ ਉਤਰ ਗਿਆ, ਉਹ ਮੁੜ ਕੇ ਸਰੀਰ ਵਿੱਚੋਂ ਦਿਸੇ। ਬਾਣੀ ਨੂੰ ਪੜ੍ਹਿਆ, ਪਤਾ ਲੱਗੇ ਬਾਣੀ ਪੜ੍ਹਦਾ, ਜੀਵਨ ਸਵਰ ਗਿਆ ਹੈ। ਸਾਰੀ ਉਮਰ ਬਾਣੀ ਨੂੰ ਪੜ੍ਹਿਆ, ਸਵਰੀ ਤਾਂ ਆਪਦੀ ਬੋਲ ਬਾਣੀ ਨਹੀਂ,
ਬਦਲਾਓ ਤਾਂ ਸਾਡੀ ਬਾਣੀ 'ਚ ਹੀ ਨਹੀਂ ਆਇਆ, ਸਾਡੇ ਬੋਲਾਂ 'ਚ ਹੀ ਨਹੀਂ ਆਇਆ। ਹੋਰ ਕੀ ਹੋਵੇਗਾ? ਬੋਲਣ ਦਾ ਢੰਗ ਨਹੀਂ ਆਇਆ। ਸਾਡੇ ਗੁਰੂ ਵਰਗੇ ਬੋਲ ਨਹੀਂ ਹੋਏ। ਗੁਸਤਾਖੀ ਮਾਫ, ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਸੁਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ। ਉਹ ਭਗਵਾਨ ਤਾਂ ਕੌੜਾ ਨਹੀਂ ਬੋਲਣਾ ਜਾਣਦਾ, ਤੇ ਅਸੀਂ ਸਾਡੇ ਮੂੰਹ 'ਚ ਕਦੇ ਮਿਠਾਸ ਆਉਂਦੀ ਨਹੀਂ, ਰਸ ਆਉਂਦਾ ਹੀ ਨਹੀਂ, ਕੜਵਾਹਟ। ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਹੋਕਰਾਂ ਦੂਜਿਆਂ ਨੂੰ ਮਾਰੀ ਜਾਂਦਾ, ਘਰ ਆਪਣਾ ਲੁੱਟਿਆ ਜਾਂਦਾ ਹੈ। ਤੇ ਪਤਾ ਔਰ ਆਬਾਦੀ ਕਿਵੇਂ ਹੋਣੀ ਹੈ, ਆਬਾਦ ਕਿਵੇਂ ਹੋਣਾ ਆਪਾਂ, ਜਿੱਦਣ ਆਪਣੇ ਘਰ ਦਾ ਖਿਆਲ ਕੀਤਾ ਉਦਣ ਨਾ ਚੜ੍ਹਦੀ ਕਲਾ ਹੋਣੀ ਹੈ। ਦੂਜਿਆਂ ਨੂੰ ਹੋਕਰਾਂ ਮਾਰੀ ਗਏ, ਆਪਣਾ ਘਰ ਉਜੜ ਗਿਆ, ਫਾਇਦਾ ਕੋਈ ਨਹੀਂ। ਸਾਡੇ ਘਰੇ ਸ਼ਾਂਤੀ ਨਹੀਂ, ਸਾਡੇ ਘਰੇ ਕ੍ਰੋਧ ਵਸਦਾ ਹੈ, ਸਾਡੇ ਘਰੇ ਈਰਖਾ ਹੈ, ਸਾਡੇ ਘਰੇ ਜੈਲਨਸੀ ਹੈ। ਦੂਜਿਆਂ ਨੂੰ ਕਹਿੰਦੇ ਛੱਡੋ, ਤੂੰ ਇਕੱਠੇ ਕਰਨ ਦਾ ਤੈਨੂੰ ਠੇਕਾ ਦਿੱਤਾ ਬਈ ਤੂੰ ਕੋਲ ਆਪਣੇ ਇਕੱਠੇ ਕਰ ਲਾ। ਇਹ ਹਰ ਇੱਕ ਲਈ, ਚਾਹੇ ਮੈਂ ਕਹਿਣ ਵਾਲਾ ਹੈ, ਤੁਸੀਂ ਸੁਣਨ ਵਾਲੇ ਹੋ। ਇਹ ਬਾਣੀ ਹੈ ਜਿਹੜਾ ਅੰਦਰ ਇਹਨਾਂ ਗੁਣਾਂ ਨੂੰ ਵਸਾਲੇ। ਇੱਕ ਓੰਕਾਰ ਸੁਣਿਆ, ਅੰਦਰ ਉਤਰ ਗਿਆ, ਏਕਤਾ ਆ ਗਈ, ਇੱਕ ਨਾਲ ਜੁੜ ਗਿਆ। ਪਤਾ ਨਹੀਂ ਕਿੰਨੀ ਕੁ ਵੇਰ ਇੱਕ ਓੰਕਾਰ ਸੁਣਿਆ, ਪੜ੍ਹਿਆ ਤੇ ਜਾਂਦਾ ਅਨੇਕਤਾ ਤੇ ਪਿਆ, ਮੱਥੇ ਅਨੇਕਾਂ ਨੂੰ ਟੇਕਦਾ ਪਿਆ। ਆ ਵੀ ਮੇਰਾ ਰੱਬ ਹੈ ਤੇ ਆ ਵੀ ਮੇਰਾ ਰੱਬ ਹੈ। ਰੱਬ ਇੱਕ ਹੈ, ਇੱਕ ਤੇ ਭਰੋਸਾ ਕਰ ਲਾ, ਬੇੜਾ ਪਾਰ ਹੋ ਜਾਵੇਗਾ। ਨਹੀਂ ਤੇ ਬਹੁਤ ਥਾਵਾਂ ਤੇ ਫਿਰਨ ਵਾਲੀ ਔਰ ਬੀਬੀ ਨੂੰ ਲੋਕ ਕੀ ਕਹਿੰਦੇ, ਉਹ ਆਪਾਂ ਸਾਰੇ ਸੰਸਾਰ ਦੇ ਜਾਣਦੇ, ਸਾਡੀ ਵੀ ਹਾਲਤ ਉਦੋਂ ਵੀ ਬਿਹਤਰ ਆ। ਅਸੀਂ ਬਹੁਤੇ ਮਿੱਤਰ ਬਣਾਏ ਹੋਏ, ਬਹੁਤੇ ਇਸ਼ਟ ਦੇਵ ਆਪਣੀ ਤਨ ਦੇ ਮਾਲਕ ਬਣਾਏ ਹੋਏ। ਆ ਵੀ ਮੇਰਾ ਮਾਲਕ, ਆ ਵੀ ਮਾਲਕ ਹੈ। ਉਹ ਬੀਬੀ ਦਾ ਮਾਲਕ ਤਨ ਦਾ ਤਾਂ ਇੱਕ ਹੁੰਦਾ ਹੈ, ਤੇ ਸਾਡੇ ਪਤਾ ਨਹੀਂ ਕਿੰਨੇ ਕੁ ਬਣੇ ਪਏ ਨੇ। ਇੱਥੋਂ ਬਾਅਦ ਆਈਏ, ਇੱਕ ਤਾਂ ਅੰਦਰ ਆਵੇ। ਪਹਿਲਾਂ ਤਾਂ ਗੱਲ ਇਹ ਆ, ਜੋ ਬਾਹਰੋਂ ਅਸੀਂ ਦਿਸਦੇ ਆ ਨਾ, ਚਾਹੇ ਗੁਰਮੁਖ ਚਾਹੇ ਮਨਮੁਖ, ਅੰਦਰੋਂ ਹੋਈਏ ਜੋ ਦਿਸਦੇ ਆ। ਧਰਮ ਦੀ ਚਾਦਰ ਓੜ ਕੇ ਕੁਕਰਮ ਨਾ ਹੋਵੇ, ਔਰ ਸੱਚ ਦਾ ਹੋਕਾ ਦੇ ਕੇ ਝੂਠ ਨਾ ਹੋਵੇ, ਔਰ ਵਫਾ ਦੀ ਗੱਲ ਕਰਕੇ ਵਿੱਚ ਬੇਵਫਾਈ ਨਾ ਹੋਵੇ, ਔਰ ਜਿਹੜਾ ਨਫੇ ਦੀ ਗੱਲ ਕਰਕੇ ਵਿਚਾਲੇ ਨੁਕਸਾਨ ਨਾ ਹੋਵੇ। ਇਹ ਗੱਲਾਂ ਜਿਹੜੀਆਂ ਜੀਵਨ 'ਚ ਉਤਾਰਨੀਆਂ ਸੀ। ਮੈਂ ਵੀ ਮੂੰਹੋਂ ਪੜ੍ਹ ਪੜ੍ਹ ਕੇ ਤੁਹਾਨੂੰ ਇੱਕ ਦੀ ਗੱਲ ਸੁਣਾਈ ਜਾਣਾ, ਗੜੀ ਪੈਣੀ ਮੇਰੇ ਵੀ ਅੰਦਰ ਨਹੀਂ ਉਤਰਦੀ। ਯਤਨ ਜ਼ਰੂਰ ਹੈ ਕਿ ਮਹਾਰਾਜ ਕਿਰਪਾ ਕਰਨ, ਜੋ ਕਹਿੰਨੇ ਕਿਤੇ ਹੋ ਜਾਵੇ। ਇਹ ਯਤਨ ਨਾਲ ਉਤਰਿਆ ਜਾਣਾ ਹੈ। ਕਿਸੇ ਦੀਆਂ ਗਹਿਰਾਈਆਂ ਤੱਕ ਅਸੀਂ ਉਤਰ ਜਾਂਦੇ, ਬੜੀ ਪੜਚੋਲ ਕਰ ਲੈਨੇ। ਆਪਦੀ ਪੜਚੋਲ ਕਰਨੀ ਬੜੀ ਔਖੀ ਆ, ਆਪਣੇ ਆਪ ਦੀ। ਸਾਡੇ ਵਿਚਾਰ ਇੱਕ ਨਹੀਂ। ਗੁਰਦੁਆਰੇ ਆਏ ਆ, ਦਰਵਾਜ਼ਾ ਟੱਪ ਆਏ ਆ, ਦਰਬਾਰ 'ਚ ਬੈਠੇ ਆ, ਬਹੁਤ ਘੱਟ ਗਿਣਤੀ ਜਿਨ੍ਹਾਂ ਦੇ ਵਿਚਾਰ ਬਾਣੀ ਵਾਲੇ ਹੋਣ। ਅੱਧਿਆਂ ਦੇ ਤਾਂ ਦਿਮਾਗ ਫਿਰ ਰਹੇ ਨੇ, ਘੁੰਮ ਰਹੇ। ਮੇਰਾ ਕਥਾ ਕਰਦੇ ਦਾ ਘੁੰਮੀ ਜਾਂਦਾ ਹੈ, ਤੁਹਾਡਾ ਸੁਣਨ ਵਾਲਿਆਂ ਦਾ ਘੁੰਮੀ ਜਾਂਦਾ ਹੈ ਦਿਮਾਗ, ਔਰ ਕਈ ਕੁਝ ਸੋਚਾਂ ਸੋਚਦਾ। ਇੱਕ ਨਹੀਂ ਹੈ। ਬੀਜ ਉਦੋਂ ਉੱਗ ਬਣਾਏ ਜਦੋਂ ਇੱਕ ਹੋਇਆ। ਇੱਕ ਨਹੀਂ ਹੈ ਤੇ ਉਗਵੇਗਾ ਕਿਵੇਂ? ਉਹ ਹਰਿਆ ਭਰਿਆ ਕਿੱਥੋਂ ਹੋਵੇਗਾ? ਗੁਰਦੁਆਰਿਓਂ ਨਿਕਲੇ ਤੇ ਦਰਵਾਜ਼ਾ ਨਿਕਲਦਿਆਂ ਸਾਡੇ ਵਿਚਾਰ ਬਦਲ ਜਾਂਦੇ ਨੇ। ਉਹ ਵਿਚਾਰ ਉੱਥੇ ਹੀ ਛੱਡ ਦਿੱਤੇ। ਇੱਕ ਨਹੀਂ ਹੈ। ਸਾਡੇ ਅੰਦਰ ਫੁਰਨਾ ਔਰ ਬੋਲ, ਜੀਵਨ ਕਰਦਾਰ ਜਿੱਦਣ ਇੱਕ ਹੋ ਗਿਆ ਨਾ, ਦੱਸਣ ਦੀ ਲੋੜ ਨਹੀਂ, ਨਿਰੰਕਾਰ ਪ੍ਰਗਟ ਹੋ ਜਾਏਗਾ। ਖੈਰ ਮੈਂ ਜ਼ਿਆਦਾ ਇਸ ਗੱਲ ਤੇ ਨਾ ਜ਼ੋਰ ਦੇਵਾਂ, ਵਿਸਥਾਰ 'ਚ ਨਾ ਜਾਵਾਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਏਕਤਾ ਤੇਰੇ ਅੰਦਰ ਝਲਕੇ, ਤੂੰ ਇੱਕ ਹੋ। ਪਹਿਲਾਂ ਤਾਂ ਅੰਦਰੋਂ ਬਾਹਰੋਂ ਇੱਕ ਹੋ, ਫਿਰ ਪਰਮਾਤਮਾ ਦੇ ਨਾਲ ਸ਼ਬਦ ਤੇ ਸੁਰਤ ਇੱਕ ਹੋ ਜਾਏ, ਦੋ ਨਾ ਰਹਿਣ। ਦਾਤਾ ਤੇ ਮੰਗਤਾ ਇੱਕ ਹੋ ਜਾਣ, ਸਿੱਖ ਸਤਿਗੁਰੂ ਇੱਕ ਹੋ ਜਾਣ, ਸੇਵਕ ਸਾਹਿਬ ਇੱਕ ਹੋ ਜਾਵੇ,
फिर जाके गल बननी है। फिर कहते ओंकार समूह का प्रकाश, सारे तेनों प्रकाश नज़र आवेगा, परमात्मा नज़र आवेगा जो तेरे अंदर होया। अगर साडे अंदर झूठ बैठा है तो याद रखना साडियां अखां झूठ टोलदियां फिरनगियां, लभदियां फिरनियां। साडे अंदर गलतियां बहुतियां ने इकट्ठियां होईयां, दूजे मनुख दियां गलतियां लभदियां फिरनगियां। इन्हें कित्थे गलत कीता, किहड़ी गलती करदा है, अरदास च करदा है, कथा च करदा है, कीर्तन च करदा है, गुरुद्वारे आउंदा करदा है, जांदा करदा है। ये अखां साडियां लभणगियां, भालेगा मन, उन्होंने रस नहीं मिल रहा, उस रस नूं भालदा है, पड़चोल कर लैंदा उन्हां नूं। अगर ਇਹਦੇ अंदर ऐशाई ज़्यादा है, इनू बुराई नज़र नहीं आएगी, ये बुरी जगह तो भी अच्छी चीज़ टोल लवेगा, लभ लवेगा, क्योंकि इनू वो चीज़ की लोड़ है, इन्हें अपनी वस्तु भाल लैनी। इस करके अंदर नू ऐशाई अंदर बसाउण दा यतन करिए, बुराई नू मटाउण दी लोड़ नहीं, आपे मिट जाएगी। ऐशाई नू ग्रहण करो, चानना घर विच लै आओ, हनेरे नाल लड़न दी लोड़ ही नहीं, अपने आप चला जाएगा। महाराज कहते बई ओंकार ओ समूह दा प्रकाश के तेरे घर विच हनेरा क्यों आ? हनेरा तां ही है जदों जुड़िया नहीं, जुड़िया नहीं, जुड़ नहीं सकिया। जे जुड़ जांदा तो फिर रौला मुक जांदा। और भाई गुरदास साहब ने बचन कह लगे ओ मालिक दे नाल जुड़। महाराज वस्तु निर्देशक मंगल अंदर कहते हो सारियां नूं प्रकाश दिंदा है। जिदन तेरे अंदर चाहना प्रकाश दी होई ना, दीवे दी भाल उदन ही करेगा, बल्ब दी भाल उदन ही करेगा, तारा उदन ही लभेगा, स्विच उदन ही लभेगा, कारीगर उदन ही लभेगा। बई हुण बत्ती जला लईए, लभीए कोई टांका तोपा लवाईए। जिदन अंदरों चाहना होगी ना, अंदरों मालिक दी याद रखना, उदन असी जुड़ी हुई आत्मा कोई लभ ही लवांगे, सानू मिल जावे जेड़ा जोड़न वाला। याद रखना, कोई कहे ना मैं अपने आप जुड़ जाऊं, गलत गल है। किसे गुरसिख जुड़िया होया जोड़ सकता है। मैं एक एग्जाम्पल दे जावां, गल समझनी चंगी तरह ध्यान च वस जाएगी। दुनिया दे मैं तीन क विद्वानां दी गल करां। तीन विद्वान, इस्लामियत दा महान दार्शनिक विद्वान होया जिस नूं मिर्जा गालिब कहंदे सन। मिर्जा गालिब बड़ा अत दर्जे दा इस्लामियत छरा दा। बड़े बड़े राजियां ने, बड़े बड़े कवियां ने उहदे अगे झुकना, नहीं मिर्जा गालिब जो कहते ने उही सच है। उहदे तो सेहत लैके चलते हो नास्तिक हो गया। एक दिन वो नास्तिक होया, उन्हें नज़मां भी उचार दित्तियां। कहने लगे दिल खुश होता है वीराने पई देख कर मस्जिद दे, और मेरी तरह खुदा का भी खाना खराब हुआ। कहना मन खुश होया, मैं उजड़िया होया है, मेरे घर च उजाड़ा पै गया है, अज खुदा दे घर विच भी पै गया है, मस्जिद कोई नहीं बसदी। गालिब निकल गया, इधरों टुट गया, नास्तिक हो गया। विद्वान नास्तिक हो जावे, अत दी कौम लई इदू वड्डी कोई माड़ी गल नहीं, क्योंकि वह नास्तिकता फैलाएगा बड़ी, उहदे कोल दलीलां बड़ियां ने। और अपने सिखां दे विचों सिरे दा विद्वान प्रिंसीपल गंगा सिंह, जिहदा लोहा मन्निया जांदा, प्रिंसीपल गंगा सिंह नास्तिक हो गया। अत दा नास्तिक, कोई रब नहीं। लैक्चर दई जावे, बेगमपुरा शहर को नाओ। विद्वान दलीलां उहदे अगे पानी भरदियां सन। जदों उस स्टेज ते बैठे सन श्रीमान संत बाबा अतर सिंह जी मस्तूआना साहब वाले, उन्होंने पूछ लिया, कहते प्रिंसीपल साहब ये बेगमपुरे च कदे झात मारी? जदों कथा करके उठिया, कहता जी छड्डो संत जी, मैं सच दसदा कख भी नहीं, ये कुछ भी नहीं, कहण दियां ही गल्लां है, कुछ भी है नहीं। कहते बह जा। और चलदियां चलदियां बंगाल की धरती का
ਖੱਟ ਸ਼ਾਸਤਰੀ ਵਿਦਵਾਨ ਉਹ ਵੀ ਨਾਸਤਕ ਹੋ ਗਿਆ। ਅੱਤ ਦਾ ਨਾਸਤਕ ਹੋ ਗਿਆ। ਉਹਦਾ ਨਾਮ ਮੇਰੇ ਥੋੜਾ ਜਿਹਾ ਵਿਸਰ ਗਿਆ, ਚੇਤੇ ਆ ਗਿਆ, ਮੈਂ ਤੁਹਾਨੂੰ ਦੱਸਦਾ। ਔਰ ਉਹ ਵਿਦਵਾਨ ਵੀ ਜਿਹੜਾ ਸੀ ਸਿਰੇ ਦਾ, ਜਿਸ ਨੇ 4 ਵੇਦ ਪੜ੍ਹੇ ਨੇ, 6 ਸ਼ਾਸਤਰ ਪੜ੍ਹੇ ਨੇ, ਛੱਡਿਆ ਹੀ ਕੁਛ ਨਹੀਂ, ਉਹ ਵੀ ਨਾਸਤਕ ਹੋ ਗਿਆ। ਰੱਬ ਨਹੀਂ ਹੈ। ਜਦੋਂ ਨਾਸਤਕ ਇਹ 3 ਹੋ ਗਏ ਸਿਰੇ ਦੇ ਬੰਦੇ ਜਿਹੜੇ ਨੇ, ਹੁਣ ਜਿੰਨਾ ਚਿਰ ਕੋਈ ਸਿਰੇ ਦਾ ਜੁੜਿਆ ਨਹੀਂ ਮਿਲੇਗਾ, ਇਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ। ਔਰ ਉਹ ਜਦੋਂ ਟੁੱਟੇ ਹੋਏ ਬੰਦੇ, ਗਾਲਬ ਟੁੱਟ ਗਿਆ, ਕੋਈ ਨਹੀਂ ਮਿਲਿਆ। ਪ੍ਰਿੰਸੀਪਲ ਗੰਗਾ ਸਿੰਘ ਟੁੱਟ ਗਏ ਨੇ, ਨਾਸਤਕ ਹੋ ਗਏ ਨੇ। ਇਹਦੀ ਕਿਸਮਤ ਚੰਗੀ, ਸਟੇਜ ਦੇ ਉੱਪਰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਜੁੜੀ ਹੋਈ ਆਤਮਾ ਉਹ ਮਿਲ ਗਏ। ਕਹਿੰਦੇ ਪ੍ਰਿੰਸੀਪਲ ਸਾਹਿਬ ਤੁਸੀਂ ਇਹਦੇ ਦਰਸ਼ਨ ਕੀਤੇ? ਕਹਿੰਦਾ ਜੀ ਇਹਦੇ ਦਰਸ਼ਨ ਹੈ ਹੀ ਕੋਈ ਨਹੀਂ ਗੇ, ਇਹ ਤਾਂ ਕਹਿਣ ਦੀਆਂ ਗੱਲਾਂ। ਕਹਿੰਦੇ ਤੁਸੀਂ ਬਹੁਤ ਕੁਝ ਪੜ੍ਹਿਆ, ਗਿਆਨੀ ਬੜੇ। ਉਹਨਾਂ ਆਪਣੇ ਆਜੂ ਦੇ ਵਿੱਚ ਉਸ ਵਕਤ ਕੋਈ 50 ਦੇ ਕਰੀਬ ਗਿਆਨੀ ਬਣਾਏ ਸਨ। ਕਹਿੰਦੇ ਤੁਸੀਂ ਗੁਣ ਵੰਡਿਆ, ਗਿਆਨ ਵੰਡਿਆ ਬੜਾ ਹੈ, ਗਿਆਨ ਲੋਕਾਂ ਨੂੰ ਬਹੁਤ ਸੁਣਾਇਆ। ਤੇ ਜਿੱਥੇ ਐਨਾ ਕੁਝ ਪ੍ਰਿੰਸੀਪਲ ਸਾਹਿਬ ਤੁਸੀਂ ਕੀਤਾ ਹੈ, ਇੱਕ 5 ਮਿੰਟ ਮੇਰੇ ਸਾਥ ਬੈਠੋ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਕਹਿੰਦੇ ਮੇਰੇ ਸਾਥ ਬੈਠੋ। ਜਦੋਂ ਕੋਲ ਬੈਠਾ, ਮਹਾਂਪੁਰਸ਼ਾਂ ਨੇ ਕਿਹਾ ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਰਦਿਆਂ ਕਰਦਿਆਂ ਪ੍ਰਿੰਸੀਪਲ ਸਾਹਿਬ ਦਾ ਧਿਆਨ ਜੁੜ ਗਿਆ। ਜਿਉਂ ਬੈਠੇ ਸੰਗਤ ਵੀ ਜਪੀ ਗਈ, ਬੈਠੇ ਰਹੇ। ਕਿੰਨੇ ਚਿਰ ਬਾਅਦ, ਕਿਹਾ ਤਾਂ 5 ਮਿੰਟ ਸੀ, ਸੰਤਾਂ ਨੇ ਹਿਲਾਇਆ ਤੇ ਪ੍ਰਿੰਸੀਪਲ ਸਾਹਿਬ ਦੇ ਨੇਤਰਾਂ ਵਿੱਚੋਂ ਪਾਣੀ ਵਗ ਗਿਆ ਸੀ, ਪਛਤਾਵੇ ਦਾ। ਐਉਂ ਪ੍ਰਤੀਤ ਹੁੰਦਾ ਸੀ ਵੀ ਉਹਦਾ ਦੀਦਾਰ ਕਰ ਲਿਆ। ਜਿਹਦੀ ਕਥਾ ਕਰਦਾ ਸੀ ਨਾ, ਉਹ ਜੋੜਨ ਵਾਲਾ ਮਿਲ ਗਿਆ। ਪ੍ਰਿੰਸੀਪਲ ਸਾਹਿਬ ਫਿਰ ਆਸਤਕ ਹੋਇਆ, ਉਹਨੂੰ ਜੋੜਨ ਵਾਲਾ ਮਿਲ ਗਿਆ। ਉਹਨੇ ਉਹ ਟੁੱਟੀ ਸੁਰਤ ਨੂੰ ਗੰਢ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਮਹਾਂਪੁਰਸ਼ਾਂ ਦੇ ਕਦਮ ਪਕੜ ਲਏ। ਕਹਿਣ ਲੱਗਾ ਮਹਾਰਾਜ ਟੁੱਟ ਗਿਆ ਸਾਂ, ਅੱਜ ਪਛਤਾਵਾ ਆ, ਇੰਨੀ ਜ਼ਿੰਦਗੀ ਅਜ਼ਾਈ ਚੱਲੀ ਗਈ। ਕਹਿਣ ਲੱਗੇ ਨਹੀਂ ਗੰਗਾ ਸਿੰਘ, ਤੁਸੀਂ ਰੱਬ ਦਾ ਪ੍ਰਚਾਰ ਕਰੋ। ਕਦੇ ਕਦੇ ਸਮਾਂ ਬਣ ਜਾਂਦਾ ਹੈ, ਪਰਮਾਤਮਾ ਕਿਰਪਾ ਕਰ ਦਿੰਦਾ ਹੈ, ਰਸ ਨਾਲ ਜੋੜ ਦਿੰਦਾ ਹੈ, ਇਹਨੂੰ ਬਰਕਰਾਰ ਰੱਖੋ। ਔਰ ਚੱਲਦਿਆਂ ਹੋਇਆਂ ਬੰਗਾਲ ਦੇ ਵਿੱਚ ਸਵਾਮੀ ਕ੍ਰਿਸ਼ਨਾਨੰਦ ਜੀ ਸਨ, ਰਾਮ ਕ੍ਰਿਸ਼ਨ ਜੀ। ਔਰ ਰਾਮ ਕ੍ਰਿਸ਼ਨ ਜੀ ਜਿਹੜੇ ਸਨ, ਬੜੀ ਜੁੜੀ ਹੋਈ ਆਤਮਾ ਤੇ ਅੰਗੂਠਾ ਛਾਪ ਸਨ। ਕਿਸੇ ਚੱਕ ਤੇ ਵੀ ਉਹ ਸਾਈਨ ਨਹੀਂ ਸਨ ਕਰ ਸਕਦੇ। ਹੋਰ ਤਾਂ ਪੜ੍ਹਨ ਦੀ ਗੱਲ ਪਰੇ ਦੀ ਰਹੀ। ਉਹਦੇ ਕੋਲ ਚੱਲਦਾ ਚੱਲਦਾ ਉਹ ਖੱਟ ਸ਼ਾਸਤਰੀ ਵਿਦਵਾਨ ਨੇ ਜਾ ਕੇ ਐਲਾਨ ਕਰ ਦਿੱਤਾ, ਤੁਸੀਂ ਕਹਿੰਦੇ ਹੋ ਰੱਬ, ਮੈਂ ਤੁਹਾਡੇ ਨਾਲ ਚਰਚਾ ਕਰਾਂਗਾ, ਰੱਬ ਮੈਨੂੰ ਦਿਖਾਓ। ਤੇ ਜਦੋਂ ਇਹ ਗੱਲ ਕਹੀ ਗਈ, ਪੂਰੇ ਬੰਗਾਲ ਵਿੱਚ ਧੁੰਮ ਪੈ ਗਈ ਤੇ ਦਿਨ ਮੁਕਰਰ ਕਰ ਲਿਆ। ਸਵਾਮੀ ਰਾਮ ਕ੍ਰਿਸ਼ਨ ਜੀ ਕਹਿਣ ਲੱਗੇ ਬਈ ਅਸ਼ਟਮੀ ਦਾ ਦਿਨ ਰੱਖ ਲਾ, ਉਸ ਦਿਨ ਇਕੱਠ ਬਹੁਤ ਹੋਵੇਗਾ। ਜੇ ਤੇਰੀ ਇਹੀ ਇੱਛਾ ਹੈ ਕਰ ਲੈ, ਸਾਡੀ ਇੱਛਾ ਨਹੀਂ। ਉਸ ਨੇ ਕੇਸ਼ਵ ਚੰਦਰ ਉਹਦਾ ਨਾਂ ਸੀ, ਵਿਦਵਾਨ ਦਾ, ਜਿਹੜਾ ਨਾਸਤਕ ਬੰਗਾਲ ਦਾ। ਕੇਸ਼ਵ ਚੰਦਰ ਕਹਿੰਦਾ ਠੀਕ ਹੈ, ਦਿਨ ਮੁਕਰਰ ਹੋ ਗਿਆ, ਲੋਕ ਇਕੱਠੇ ਹੋ ਗਏ। ਔਰ ਜਦੋਂ ਸਟੇਜ ਤੇ ਆਏ, ਕੇਸ਼ਵ ਚੰਦਰ ਸਵਾਮੀ ਰਾਮ ਕ੍ਰਿਸ਼ਨ ਜੀ ਨੂੰ ਕਹਿੰਦਾ ਬਈ ਪਹਿਲਾਂ ਤੁਸੀਂ ਮੰਡਨ ਕਰੋਗੇ ਕਿ ਮੈਂ ਖੰਡਨ ਕਰਾਂ? ਕਹਿੰਦੇ ਤੂੰ ਹੀ ਕਰ ਲਾ ਪਹਿਲਾਂ ਜੋ ਕਰਨਾ ਹੈ। ਜਿੰਨੇ ਲੋਕ ਸਨ ਔਰ ਹਿਰਦੇ ਦਰਦ ਵਾਲੇ, ਉਹਨਾਂ ਨੂੰ ਬੜਾ ਦੁੱਖ ਸੀ ਕਿ ਅੱਜ ਸਵਾਮੀ ਰਾਮ ਕ੍ਰਿਸ਼ਨ ਜੀ ਦੀ ਬੜੀ ਹੇਠੀ ਹੋਣੀ ਆ, ਕਿਉਂਕਿ ਵਿਦਵਾਨ ਬੜਾ ਹੈ। ਪੂਰੇ ਬੰਗਾਲ 'ਚ ਉਹਦੇ ਅੱਗੇ ਸਿਰ ਚੱਕਣ ਵਾਲਾ ਕੋਈ ਨਹੀਂ ਸੀ। ਕੇਸ਼ਵ ਚੰਦਰ ਦੇ ਸਾਹਮਣੇ ਉਹਨੇ ਜੀ ਘੰਟਾ ਸਵਾ ਘੰਟਾ ਆਪਣਾ ਲੈਕਚਰ ਦਿੱਤਾ। ਵੱਡੇ ਵੱਡੇ ਜਿਹੜੇ ਜੁੜੇ ਹਿਰਦੇ ਸੀ ਨਾ ਮੰਦਰਾਂ ਨਾਲ, ਉਹਨਾਂ ਨੂੰ ਤੋੜ ਕੇ ਰੱਖ ਦਿੱਤਾ। ਕਹਿੰਦਾ ਕੱਖ ਨਹੀਂ ਇੱਥੇ, ਐਵੇਂ ਮੱਥਾ ਮਾਰੀ ਜਾਣੇ। ਔਰ ਜਦੋਂ ਲੈਕਚਰ ਦੇਵੇ ਖੜਾ,
स्वामी राम कृष्ण जी उठना तो उन्होंने उठ के गल वकड़ी च लै लैना। ਉਹਦਾ मतलब सी भी बड़ा सही है, बहुत अच्छा है, बहुत अच्छा है। उन्हें कोई 3-4 वारी उन्होंने बदलील और गल वकड़ी विच लिया। तो जो वारी आई राम कृष्ण जी की और कहते केशव चंद्र ने कह दिता जो कुछ मैं खंडन करना सी कर दिता है। स्वामी राम कृष्ण जी फिर उन्होंने गल ना ला के कहते वाह कमाल तेरिया दलील ने। वो मैग ते आए, नेत्र सेजल सी, कहना मेरा मन कदे कदे डोल जाता सी कि शायद रब ना होवे। कहता अज और केशव चंद्र दियां दलीलां सुन के मैनू परपक्कता आ गई है कि मैनू नास्तिक नू भी आस्तिक बना दिता है। पूछया किवें? कहंदे इन्नियां दलीलां, इन्ने प्रमाण, रब दा खंडन रब तो बगैर कर ही कोई नहीं सकता। कोई दुनिया च दूजा जन्मिया ही नहीं जिहड़ा रब दा खंडन कर सके, इन्नियां दलीलां दे सके, वो खुद रब ही है। केशव चंद्र ने मैग फड़िया, कहन लगा दुनिया दे लोगो विदवता विच मैं जित गया, पर अज मैनू अंदरों महसूस हुंदा है इस राम कृष्ण जी वाले वेख के कि इनू झलक मिली, इनू वो रस मिलिया होया है। कहते मैं दी बरखिलाफी करदा है, घंटा कीती है, ये मैनू गल वकड़ी विच लैंदे, इहदे कोल शांति है। अज मैनू महसूस होया मैं जित के भी हारिया। ते स्वामी राम कृष्ण जी पता की कहंदे, बंगाल दे विच चिट्टे अनपढ़ सन, कदे भी उन्होंने कोई वेद नहीं सी पढ़िया ते इन्हें कोई छड्डिया नहीं सी। कहन लगे तेरे अंदर अजे कुछ होर है, बोल तेरे कुछ होर ने, आ मेरे नाल धुन ला। फिर उन्हें धुन लवाई, हरे रामा हरे कृष्णा हरे रामा हरे कृष्णा। वो धुन दे विच केशव चंद्र मगन होया ते उस स्टेज ते उन्होंने कहना पिया जो कुछ राम कृष्ण जी दे कोल है किसी दे कोल नहीं है, जुड़ी हुई पुगी हुई आत्मा है। मैं सब कुछ पढ़ के भी मेरे कोल नहीं, मैं मेरे बोल कुछ होर ने, मेरा जीवन कुछ होर है। जो आनंद इत्थे आया है वो जुड़िया होया मिल गया। गालिब नूं दुहाई रब दी कोई मिलिया नहीं, उन्होंने टुटे नूं जाना पिया। इसलिए जेड़े आंदे गुरसिखां दे कोल चानना है, उन्होंने पुछो दीवा किवें जगाइए। आप दे आप पढ़ पढ़ के ग्रंथां नूं कई वार नास्तिकता वल नूं चले जाईदा, कुछ नहीं मिलिया, पर ढंग नहीं आया दीवा जगाउण दा। महाराज कहंदे है वो सारियां कोल ही प्रकाश, पर उन्होंने प्रगट करन दा तरीका सिख। जदों कोई सिखा दिंदा है ना, उदों अंदरों जुड़ तदों उगवदा है जो अंदरों ते बाहरों एक हो जाए। बाबा आतर सिंह ने, प्रिंसीपल गंगा सिंह अंदरों होर ने बाहरों होर ने, उन्होंने एक कर दिता, बीज उगव्या है। केशव चंद्र नो स्वामी राम कृष्ण जी ने अंदरों हो रे बाहरों हो रे और अंग भावे मेरे को दलीलां बड़ियां ने, ग्रंथ बड़े, उन्होंने दुई नूं पासे कर दिता, एकता ही बीज उगव्या है, आनंद बन गया है। ਉਹੀ दुई साडे दिलों में अजे एकता नहीं आई। महाराज कहते जे एक हुए तो उगवै, एकता नहीं आई। विचार मेरे कुछ होर ने, बाहर मैं कुछ होर है, ख्याल मेरे होर ने, बोल मेरे होर ने। पहला लोड़ है अपने विच एकता। असी डांग लैके बाहर तुरे फिरदे, एक कर देंगे एक कर देंगे, जिन्ना मर्जी जोर ला लो कख नहीं हुंदा। जिन्ना चिर साडे विच एकता नहीं, उदों बाद अपने परिवार च एकता ले आईए, फिर बाहर नूं तुरीए। असी सारा कुछ बाहर करते, घरे भावें सारा कुछ ही खत्म हो जाए, नहीं अपने आप नूं संभालण दा जतन करिए, अपने विचारां नूं जोड़न दा जतन करिए। अंदर बाहर एकता आवेगी तां एक दे नाल जुड़िया जाना है। महाराज कहंदे तेरे अंदर एक प्रगट हो जावे, साडे नेड़े तेड़े नहीं, बोलां नाल कही जाने एक ओंकार, सारे सुनी जाते, किसी दे एकता आउंदी नहीं। जिहदे अंदर एक आ जाएगा दूजे नूं जगह ही नहीं, वो फिर कहेगा दूजा काहे सिमरिए, जो जम्मै ते मर जाए, एको सिमरो नानका, जो जाल थाल रहा समाए। हर एक सिमर एक सिमर एक सिमर प्यारे।
ਉਹਨੂੰ ਇੱਕ ਯਾਦ ਆਵੇਗਾ, ਉਹਨੂੰ ਫਿਰ ਦੂਜਾ ਨਜ਼ਰ ਨਹੀਂ ਆਵੇਗਾ। ਉਹ ਕਹੇਗਾ ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਅਜੇ ਤਾਂ ਭਰਾ ਦਾ ਭਰਾ ਦੁਸ਼ਮਣ ਹੈ, ਪਿਤਾ ਪੁੱਤਰ ਦਾ ਦੁਸ਼ਮਣ ਹੈ। ਪੁੱਤਰ ਪਿਤਾ ਨੂੰ ਮਾਰਦਾ ਹੈ ਔਰ ਮਾੜਾ ਬੋਲਦਾ ਹੈ, ਬਾਪ ਪੁੱਤਰ ਨੂੰ ਮਾੜਾ ਬੋਲਦਾ ਹੈ। ਅਜੇ ਤਾਂ ਇੱਥੇ ਹੀ ਤੂੰ ਮੈਂ ਹੋਈ ਪਈ ਆ। ਆਪਣੇ ਜੀਵਨ ਵਿੱਚ ਹੀ ਦੂਜਿਆਂ ਨੂੰ ਏਕਤਾ ਕਿੱਥੇ ਲੈ ਆਵਾਂਗੇ? ਮਹਾਰਾਜ ਕਹਿੰਦੇ ਪਹਿਲਾਂ ਤੇਰੇ ਬੋਲ ਇੱਕ ਹੋਣ, ਜੋ ਮੈਂ ਇਹ ਬੋਲਦਾ ਇਹ ਮੇਰੇ ਅੰਦਰ ਵੀ ਹੋਣ, ਜੀਵਨ 'ਚ ਵੀ ਹੋਣ। ਮੈਂ ਨਿਮਰਤਾ ਦੀ ਗੱਲ ਕਰਦਾ, ਨਿਮਰਤਾ ਮੇਰੇ ਕੋਲ ਹੋਵੇ। ਮੈਂ ਸੇਵਾ ਦੀ ਗੱਲ ਕਰਦਾ, ਸੇਵਾ ਮੇਰੇ ਕੋਲ ਹੋਵੇ। ਸਿਮਰਨ ਦੀ ਗੱਲ ਕਰਦਾ, ਸਿਮਰਨ ਕੁਝ ਕੋਲ ਹੋਵੇ। ਨਿਤਨੇਮ ਦੀ ਗੱਲ ਕਰਦਾ, ਨਿਤਨੇਮ ਕੁਝ ਕੋਲ ਹੋਵੇ। ਸਿੱਖੀ ਦੀ ਗੱਲ ਕਰਦਾ, ਸਿੱਖੀ ਕੋਲ ਹੋਵੇ। ਗੁਸਤਾਖੀ ਮਾਂ ਬਹੁਤਾਦ ਅੰਦਰ ਅਜ ਰੌਲਾ ਬਹੁਤ ਏ, ਕਮਾਈ ਕੋਈ ਨਹੀਂ ਹੈ, ਜੀਵਨ 'ਚ ਕੋਈ ਨਹੀਂ ਹੈ। ਤਾਂ ਹੀ ਸਾਰਾ ਉਜਾੜਾ ਹੋ ਰਿਹਾ ਹੈ। ਹਰ ਬੰਦਾ ਆਪਣੇ ਜੀਵਨ ਵਿੱਚ ਬਾਣੀ ਦੇ ਇੱਕ ਇੱਕ ਬੋਲ ਨੂੰ ਲਾਗੂ ਕਰੇ ਨਾ, ਤੇ ਕੁਝ ਵੀ ਕਰਨ ਦੀ ਲੋੜ ਨਹੀਂ, ਆਪਣੇ ਆਪ ਸਭ ਕੁਝ ਬਦਲਾਅ ਹੋ ਜਾਵੇਗਾ, ਆਪਣੇ ਆਪ ਬ੍ਰਹਮ ਨਜ਼ਰ ਆਵੇਗਾ। ਅਜੇ ਜੀਵਨ 'ਚ ਬਾਣੀ ਉਤਰੀ ਨਹੀਂ। ਜਿੱਦਣ ਬਾਣੀ ਉਤਰ ਗਈ ਨਾ, ਇੱਕ ਬੋਲ ਵੀ ਉਤਰ ਗਿਆ। ਮਹਾਰਾਜ ਤਾਂ ਕਹਿੰਦੇ ਇੱਕ ਕਿਨਕਾ ਹੀ ਜਿਹਦੇ ਵਿੱਚ ਵਸ ਗਿਆ ਨਾ, ਜਿਹਦੇ ਜੀਵਨ 'ਚ, ਉਹਦੀ ਮਹਿਮਾ ਬੇਦ ਨਹੀਂ ਕਹਿ ਸਕਦੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ, ਕਿਨਕਾ ਏਕ ਜਿਸ ਜੀ ਬੁਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੇ। ਉਹਦੀ ਮਹਿਮਾ ਗਿਣਤੀ ਨਹੀਂ ਕੀਤੀ ਜਾ ਸਕਦੀ, ਹੱਦ ਹੋ ਗਈ। ਅਸੀਂ ਪਤਾ ਨਹੀਂ ਕਿੰਨੀ ਕੁ ਵੇਰ ਬਾਣੀ ਪੜ੍ਹ ਲਈ, ਕਿੰਨੀ ਕੁ ਬਾਣੀ ਪੜ੍ਹ ਲਈ, ਕਿੰਨੇ ਕੁ ਸਹਿਜ ਪਾਠ, ਕਿੰਨੇ ਕੁ ਅਖੰਡ ਪਾਠ ਸੁਣ ਲਏ, ਕਰ ਲਏ, ਕਿੰਨੇ ਕੁ ਧਾਰਮਿਕ ਸਮਾਗਮ ਕਰ ਲਏ, ਕਿੰਨੇ ਕੁ ਧਾਰਮਿਕ ਸਮਾਗਮ ਕਰਾ ਦਿੱਤੇ, ਕਿੰਨਿਆਂ ਕੁ ਜਿਹਦੇ ਵਿੱਚ ਸ਼ਿਰਕਤ ਕੀਤੀ ਆ ਔਰ ਜਾ ਕੇ ਉਹਦੇ ਵਿੱਚ ਸ਼ਾਮਲ ਹੋਏ ਆ, ਸ਼ਮੂਲੀਅਤ ਕੀਤੀ ਆ, ਕਿੰਨੇ ਕੁ ਧਾਰਮਿਕ ਪੁਸਤਕ ਪੜ੍ਹ ਲਏ ਨੇ। ਹੱਦ ਹੋ ਗਈ, ਜੀਵਨ ਬਦਲਿਆ ਹੀ ਨਹੀਂ। ਇਹਦਾ ਮਤਲਬ ਅੰਦਰ ਕੁਛ ਨਹੀਂ ਰੱਖਿਆ, ਆਪਣਾ ਕੱਪੜਾ ਝਾੜ ਕੇ ਰੱਖਿਆ। ਸਾਨੂੰ ਇਹਦੀ ਲੋੜ ਨਹੀਂ, ਦੂਜੇ ਨੂੰ ਲੋੜ ਹੈ। ਸਾਡਾ ਪੜ੍ਹਨ ਦਾ ਨਜ਼ਰੀਆ ਆਪਣੇ ਆਪ ਨੂੰ ਬਦਲਾਉਣ ਲਈ ਨਹੀਂ, ਪੜ੍ਹਨ ਦਾ ਨਜ਼ਰੀਆ ਦੂਜੇ ਨੂੰ ਸੁਣਾਉਣਾ ਹੈ, ਮੈਂ ਦੂਜੇ ਨੂੰ ਦਿਖਾਉਣਾ ਹੈ ਮੈਂ। ਔਰ ਇਸ ਲਈ ਆਪਣੇ ਆਪ ਲਈ ਜਿੱਦਣ ਕੁਝ ਕਰਨ ਲੱਗ ਪਏ ਨਾ, ਔਰ ਕਥਾ ਆਪਣੇ ਆਪ ਨੂੰ ਸੁਣਾਉਣੀ ਹੈ, ਕੀਰਤਨ ਆਪਣੇ ਆਪ ਨੂੰ ਸੁਣਾਉਣਾ ਹੈ, ਨਿਤਨੇਮ ਆਪਣੇ ਮਨ ਨੂੰ ਸੁਣਾਉਣਾ ਹੈ, ਦੂਜੇ ਨੂੰ ਨਹੀਂ। ਜਿੱਦਣ ਆਪਣੇ ਆਪ ਨੂੰ ਸੁਣਾਇਆ, ਉਦੋਂ ਨੂੰ ਜਾਗੇਗਾ, ਸੁਣੇਗਾ। ਅਜੇ ਮਨ ਸੁਣਦਾ ਨਹੀਂ, ਜਿੰਨਾ ਚਿਰ ਮਨ ਸੁਣਦਾ ਨਹੀਂ, ਯਾਦ ਰੱਖਣਾ ਕੁਝ ਵੀ ਪੱਲੇ ਨਹੀਂ ਪੈਣਾ। ਇਹ ਜਿੰਨੀ ਕਥਾ, ਕੀਰਤਨ, ਧਾਰਮਿਕ ਸਮਾਗਮ, ਪੁਸਤਕਾਲ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ ਜਾਂਦਾ ਹੈ ਨਾ, ਸਭ ਕੁਝ ਸੁੱਤੇ ਮਨ ਨੂੰ ਜਗਾਉਣ ਵਾਸਤੇ ਆ। ਜਿੱਦਣ ਮਨ ਜਾ ਕੇ ਜਪਣ ਲੱਗ ਪਿਆ, ਉਦਣ ਮਨ ਨੇ ਜਾ ਕੇ ਨੂੰ ਪਤਾ ਲੱਗ ਜਾਏਗਾ, ਪ੍ਰਕਾਸ਼ਿਤ ਹੋ ਕੇ ਪ੍ਰਕਾਸ਼ ਵਿੱਚ ਮਿਲ ਜਾਵੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਜਾਗੇਗਾ ਤੇ ਪਹਿਚਾਨੇਗਾ, ਜੋਤ ਚਾਨਣੇ ਦਾ ਪਤਾ ਲੱਗੇਗਾ। ਅਜੇ ਇਹਨੂੰ ਪਤਾ ਨਹੀਂ ਲੱਗਾ, ਇੱਕ ਓੰਕਾਰ ਉਹ ਸਮੂਹ ਦਾ ਪ੍ਰਕਾਸ਼ਕ ਹੈ, ਮਾਲਕ। ਔਰ ਉਹ ਮਾਲਕ ਪ੍ਰਕਾਸ਼ਮਈ ਹੈ। ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ ਉਤਰੈ ਕਾਲ ਆਬਾਦ ਸਰੂਪ ਹੈ, ਉਹਦਾ ਨਾਸ਼ ਕਤਈ ਨਹੀਂ। ਉਹਦੇ ਨਾਲ ਜੁੜ, ਉਹ ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਦੁਨੀਆ ਵਾਸਤੇ ਇਹ ਦਾਤੇ ਨੇ ਦਾਤਾਂ ਰੱਖੀਆਂ, ਔਰ ਆਪ ਨਹੀਂ ਬਖਸ਼ ਕਰਦਾ, ਆਪ ਨਹੀਂ ਕੋਈ ਸਕਦਾ। ਗੁਰ ਚੇਤਨ ਸਰੂਪ ਹੈ। ਜਦੋਂ ਉਹਦਾ ਚਿੰਤਨ ਕਰੇਗਾ, ਸਿਮਰਨ ਕਰੇਗਾ ਨਾ, ਔਰ ਗੋ ਪਲਸ ਰੂਹ, ਗੋ ਮੈਨਾ ਅੰਧਕਾਰ ਹੁੰਦਾ ਹੈ, ਰੂਹ ਮੈਨਾ ਪ੍ਰਕਾਸ਼ ਹੁੰਦਾ ਹੈ। ਉਹ ਤੇਰੀ ਰੂਹ ਵਿੱਚ ਜਿਵੇਂ ਜਿਵੇਂ ਚਿੰਤਨ ਸਿਮਰਨ ਕਰੇਗਾ ਨਾ, ਜਿੱਥੇ ਦਿਲ ਅੰਧਿਆਰੀ ਰਾਤ ਹੈ ਨਾ, ਉੱਥੇ ਪ੍ਰਕਾਸ਼ ਹੁੰਦਾ ਜਾਵੇਗਾ, ਅਗਿਆਨਤਾ ਦਾ ਅੰਧਕਾਰ ਚਲਾ ਜਾਵੇਗਾ। ਗੁਰੂ ਸ਼ਬਦ ਗਿਰੀ ਧਾਤੂ ਤੋਂ ਇਹ ਉਤਪੰਨ ਹੋਇਆ ਹੈ, ਔਰ ਜਿਹਦਾ ਅਰਥ ਹੈ ਨਿਗਲਣਾ। ਸਿੱਖ ਦੇ ਅਗਿਆਨ ਨੂੰ ਨਿਗਲ ਗਿਆ, ਗਿਆਨ ਪ੍ਰਕਾਸ਼ ਹੋ ਗਿਆ, ਅਗਿਆਨ ਨਸ਼ਟ ਹੋ ਗਿਆ। ਜਿਵੇਂ ਚਾਨਣਾ ਆਉਂਦਿਆਂ ਕਮਰੇ ਵਿੱਚੋਂ ਹਨੇਰਾ ਚਲਾ ਜਾਂਦਾ ਹੈ, ਹਿਰਦੇ ਵਿੱਚ ਪ੍ਰਕਾਸ਼ ਆਉਂਦਿਆਂ ਅਗਿਆਨ ਨਸ਼ਟ ਹੋ ਜਾਂਦਾ ਹੈ। ਕਹਿੰਦੇ ਫਿਰ ਕੀ ਹੋਏਗਾ? ਪ੍ਰਸਾਦ ਆਨੰਦ ਸਰੂਪ ਹੈ। ਜੀਵਨ ਵਿੱਚ ਖੁਸ਼ੀਆਂ ਦੇ ਖੇੜੇ ਆਉਣਗੇ। ਉਹਨੂੰ ਮਹਾਂਪੁਰਸ਼ ਵਿਦਵਾਨ ਕਹਿੰਦੇ ਸਤ ਚਿੱਤ ਆਨੰਦ ਸਰੂਪ। ਉਸ ਅਕਾਲ ਦਾ ਹੀ ਸਵਰੂਪ ਹੋ ਜਾਂਦਾ ਹੈ, ਜਿਹੜਾ
ਬਾਣੀ ਦੇ ਬੋਲਾਂ ਨੂੰ ਜੀਵਨ ਅੰਦਰ ਉਤਾਰਦਾ ਹੈ ਔਰ ਉਹਦਾ ਰੂਪ ਉਹ ਗੁਣ ਉਹਦੇ ਅੰਦਰ ਆਉਂਦੇ ਨੇ, ਉਹ ਬੋਲ ਅੰਦਰ ਵਸ ਜਾਂਦੇ ਨੇ ਔਰ ਉਹਦੇ ਬੋਲ ਬ੍ਰਹਮ ਵਾਲੇ ਹੋ ਜਾਂਦੇ ਨੇ। ਉਹਦੇ ਕਦਮ ਬ੍ਰਹਮ ਦੀ ਤਰ੍ਹਾਂ ਚੱਲਦੇ ਨੇ, ਉਹਦੀਆਂ ਅੱਖਾਂ ਬ੍ਰਹਮ ਦੀ ਤਰ੍ਹਾਂ ਵੇਖਦੀਆਂ ਨੇ, ਉਹਦੇ ਕੰਨ ਬ੍ਰਹਮ ਨੂੰ ਸੁਣਦੇ ਆ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਉਹ ਚੁਗਲੀ ਨਹੀਂ ਸੁਣਦਾ, ਉਹ ਮਾੜਾ ਨਹੀਂ ਤੱਕਦਾ, ਉਹ ਮਾੜਾ ਨਹੀਂ ਬੋਲਦਾ, ਉਹ ਰੱਬ ਦੇ ਬੋਲ ਬੋਲਦਾ ਹੈ। ਹੁਣ ਉਹਦੀ ਚਾਲ ਦੁਨੀਆ ਵਾਲੀ ਨਹੀਂ ਰਹਿ ਗਈ, ਰੱਬ ਵਾਲੀ ਹੋ ਗਈ। ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ। ਸਿੱਖ ਨੇ ਬਸ ਇੰਨਾ ਕੁ ਧਿਆਨ ਮਾਰਨਾ ਹੈ, ਮੇਰੇ ਸਤਿਗੁਰੂ ਕਿਵੇਂ ਚੱਲੇ ਨੇ ਸੰਸਾਰ ਵਿੱਚ, ਕਿਵੇਂ ਵਿਚਰੇ ਨੇ, ਬਸ ਇੰਨਾ ਕੀ ਧਿਆਨ ਮਾਰ ਲਿਆ ਨਾ। ਗੁਰੂ ਦੀ ਨੁਮਾ ਚੱਲ, ਤੇਰਾ ਗੁਰੂ ਨਿਰਵੈਰ ਸੀ, ਤੇਰਾ ਗੁਰੂ ਨਿਰਭਉ ਸੀ ਔਰ ਅਸੀਂ ਜੁੜਨਾ ਨਿਰਭਉ ਨਾਲੇ ਅੰਦਰ ਡਰ ਭਰਿਆ ਹੈ ਔਰ ਜੁੜਨਾ ਨਿਰਵੈਰ ਨਾਲੇ ਅੰਦਰ ਵੈਰ ਭਰਿਆ ਹੈ, ਮਿਲਾਪ ਨਹੀਂ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਬਣ ਜਾਏਗਾ, ਖੇੜਾ ਬਣ ਜਾਏਗਾ ਜਦੋਂ ਤੂੰ ਉਹਦੇ ਨਾਲ ਜੁੜੇਗਾ, ਉਹਦੇ ਮਾਰਗ ਤੇ ਤੁਰੇਗਾ ਤਾਂ ਕੁਝ ਪੱਲੇ ਪੈਣਾ ਹੈ। ਪਰ ਅੰਦਰ ਏਕਤਾ ਆਵੇ, ਅੰਦਰ ਏਕਤਾ ਨਹੀਂ ਹੈ। ਗੁਸਤਾਖੀ ਮਾਫ, ਏਕਤਾ ਆਉਣੀ ਬੜੀ ਜ਼ਰੂਰੀ ਹੈ ਤਾਂ ਹੀ। ਔਰ ਜਿਹੜੇ ਬੰਦੇ ਨੂੰ ਆਪਣਾ ਅੰਤ ਦਿਸੇਗਾ ਨਾ, ਉਹਨੂੰ ਹੀ ਬੇਅੰਤ ਦੇ ਦਰਸ਼ਨ ਹੋਣਗੇ। ਅਜੇ ਤਾਂ ਸਾਨੂੰ ਜੀਵਨ ਦਿਸਦਾ ਹੈ, ਪਲ ਪਲ ਜੀਵਨ ਦਿਸਦਾ ਹੈ, ਕਦੇ ਇਹ ਸੋਚ ਨਹੀਂ ਆਈ ਬਈ ਔਰ ਇੰਨੀ ਆਜੂ ਘਟ ਗਈ ਹੈ, ਅੱਗੇ ਪਤਾ ਨਹੀਂ ਕੱਲ ਹੈ ਜੀਵਨ 'ਚ ਕਿ ਨਹੀਂ। ਅਸੀਂ ਤਾਂ ਕਾਮਨਾ ਕਰਦੇ ਆਉਣ ਵਾਲੇ ਭਵਿੱਖਤ ਕਾਲ ਦੀਆਂ, ਮੈਂ 50 ਸਾਲਾਂ ਨੂੰ ਆਹ ਕਰ ਦੇਣਾ। ਤੇਰੇ ਕੋਲ ਕਿਹੜਾ ਸਰਟੀਫਿਕੇਟ ਹੈ ਬਈ ਤੂੰ 50 ਸਾਲ ਜੀਵੇਂਗਾ? ਪਤਾ ਨਹੀਂ ਕੱਲ ਨੂੰ ਚਾਰ ਭਾਈ ਕੰਧਿਆਂ ਤੇ ਉਠਾ ਲੈਣ। ਅੰਤ ਨਹੀਂ ਨਜ਼ਰ ਆਇਆ। ਜਦੋਂ ਪੜ੍ਹਦਾ ਪੜ੍ਹ ਕੇ ਸਮਝ ਕੇ ਵਿਦਵਾਨ ਕਹਿੰਦੇ ਔਰ ਸਮਝਣਾ ਹੈ, ਪੜ੍ਹਨਾ ਹੈ ਬਈ ਔਰ ਜਾਨਾ ਥਾ ਪੜ੍ਹ ਕਰ ਕੁਝ ਜਾਣेंगे। ਬਈ ਇਲਮ ਪੜਾਂਗੇ, ਇਲਮ ਪੜ੍ਹ ਕੇ ਕੋਈ ਸਮਝ ਪੈ ਜਾਏਗੀ। ਕਹਿੰਦੇ ਪੜ੍ਹ ਕਰ ਜਾਨਾ, ਪੜ੍ਹਿਆ ਸਮਝ ਆਈ ਕਿ ਕੁਝ ਵੀ ਨਹੀਂ ਜਾਣਾ, ਮੇਰੇ ਤਾਂ ਪੱਲੇ ਹੀ ਕੁਝ ਨਹੀਂ ਹੈ, ਮੇਰੇ ਪੱਲੇ ਹੀ ਕੱਖ ਨਹੀਂ ਹੈਗਾ, ਕਿ ਮੇਰੇ ਕੋਲ ਹੀ ਕੁਝ ਨਹੀਂ ਹੈਗਾ। ਸਾਰੇ ਪੜ੍ਹ ਕੇ ਤੇ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ। ਮੈਂ ਕਿਹਾ ਵੀ ਪੜ੍ਹਨਾ ਚੰਗਾ ਹੈ, ਪੜ੍ਹ ਲੈਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਕਿ ਪੜ੍ਹਨ ਦੀ ਨਿੰਦਾ ਨਹੀਂ, ਪੜ੍ਹਨਾ ਚਾਹੀਦਾ ਹੈ, ਸਾਨੂੰ ਗਿਆਨ ਹਾਸਲ ਹੋਵੇ ਬਾਹਰ ਦਾ ਅੰਦਰ ਦਾ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਕਹਿੰਦੇ ਭਾਵੇਂ ਲੋਕ ਨਿੰਦਾ ਕਰਨ, ਮੈਂ ਰੱਬ ਦੀ ਭਗਤੀ ਨਹੀਂ ਛੱਡਾਂਗਾ। ਮੈਂ ਪੜ੍ਹਦਾ ਰੱਬ ਨੂੰ ਪਾਉਣ ਵਾਸਤੇ। ਜਿਹਨੂੰ ਆਪਣਾ ਅੰਤ ਨਜ਼ਰ ਆਵੇਗਾ ਉਹਨੂੰ ਬੇਅੰਤ ਨਜ਼ਰ ਆਵੇਗਾ, ਪਰਮਾਤਮਾ ਨਜ਼ਰ ਆਵੇਗਾ। ਮਹਾਰਾਜ ਸਾਹਿਬ ਕਹਿੰਦੇ ਮਿਲਣਾ ਹੈ ਉਹਦੀ ਕਿਰਪਾ ਨਾਲ, ਮਿਲਾਪ ਹੋਣਾ ਹੈ ਪਰਮਾਤਮਾ ਦੀ ਕਿਰਪਾ ਨਾਲ। ਉਹਦੀ ਕਿਰਪਾ ਤੋਂ ਬਗੈਰ ਉਹਦਾ ਮਿਲਾਪ ਨਹੀਂ, ਉਹਦੀ ਕਿਰਪਾ ਤੋਂ ਬਗੈਰ ਉਹਦਾ ਜਾਪ ਨਹੀਂ, ਉਹਦੀ ਕਿਰਪਾ ਤੋਂ ਬਗੈਰ ਉਹਦੇ ਸ਼ਬਦ ਨਾਲ ਸੁਰਤ ਦੀ ਅਭੇਦਤਾ ਨਹੀਂ ਹੋਣੀ। ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਪ੍ਰਿੰਸੀਪਲ ਸਾਹਿਬ ਦੇ ਕੋਲ ਵਿਦਿਆ ਬੜੀ ਸੀ, ਸੁਰਤ ਨਹੀਂ ਜੁੜੀ। ਔਰ ਕੇਸ਼ਵ ਚੰਦਰ ਦੇ ਕੋਲ ਵਿਦਿਆ ਬੜੀ ਸੀ, ਸੁਰਤ ਨਹੀਂ ਜੁੜੀ। ਇਹ ਨਾ ਕਦੇ ਸਮਝ ਲੈਣਾ ਵੀ ਫਲਾਨਾ ਸੰਤਤਾ ਜੀ ਅਨਪੜ੍ਹੇ ਜੀ, ਉਹਨੂੰ ਕੀ ਪਤਾ ਜੀ, ਉਹਨੂੰ ਤਾਂ ਆ ਹੈ ਜੀ ਉਹ ਆ ਜੀ, ਔਰ ਉਹਦੇ ਤਾਂ ਗਿੱਠੜੇ ਹੈ ਜੇ ਮੋਢੜੇ ਇਹੋ ਜਿਹੇ ਨਹੀਂ। ਗੁਰਮੁਖੋ, ਉਹਦੇ ਅੰਦਰ ਜੋਤ ਜਗੀ ਆ। ਇਹ ਜ਼ਰੂਰੀ ਨਹੀਂ ਕਿ ਇੱਕ ਵਿਦਵਾਨ ਦੇ ਕੋਲ ਦਲੀਲਾਂ ਨੇ ਤੇ ਉਹਦੇ ਕੋਲ ਜੋਤ ਜਗੀ ਹੈ, ਨਹੀਂ। ਉਹ ਥੋਥਾ ਗਿਆਨ ਰਹਿ ਜਾਏਗਾ, ਥੋਥਾ। ਪ੍ਰਿੰਸੀਪਲ ਗੰਗਾ ਸਿੰਘ ਨਾਲੋਂ ਸਿੱਖ ਜਗਤ 'ਚ ਵਿਦਵਾਨ ਅੱਗੇ ਨੂੰ ਕੋਈ ਨਹੀਂ ਵੱਧਦਾ। ਔਰ ਬੰਗਾਲ ਦੇ ਵਿੱਚੋਂ ਕੇਸ਼ਵ ਚੰਦਰ ਦੇ ਨਾਲੋਂ ਵਿਦਵਤਾ 'ਚ ਅੱਗੇ ਕੋਈ ਨਹੀਂ ਜਾਂਦਾ। ਔਰ ਜੇ ਗਾਲਬ ਵੱਲੇ ਜਾਈਏ ਤੇ ਸਾਰੇ ਉਹਦੇ ਅੱਗੇ ਝੁਕਦੇ ਨੇ, ਇਸਲਾਮੀਅਤ ਸ਼ਰਅ ਅੱਗੇ, ਪਰ ਪਿੱਛੋਂ ਆ ਕੇ ਉਹਨੂੰ ਕਾਫਰ ਮੰਨ ਲੈਂਦੇ ਨੇ। ਬਈ ਇਹ ਟੁੱਟ ਗਿਆ, ਇਹ ਨਾਸਤਕ ਹੋ ਗਿਆ, ਤਾਂ ਉਹਨੂੰ ਪਿੱਛੇ ਪਛਾੜ ਦਿੰਦੇ ਨੇ। ਕਹਿਣ ਲੱਗੇ ਬਈ ਅਸੀਂ 4 ਕਿਤਾਬਾਂ ਪੜ੍ਹ ਕੇ ਇੱਕ ਜੇ ਉਹਨੂੰ ਕਿਤੇ ਅੱਖਰ ਤੋਂ ਨਹੀਂ ਪੜ੍ਹਨੇ ਆਉਂਦੇ ਉਹਦੀ ਤੌਹੀਨ ਕਰਨ ਲੱਗ ਜਾਂਦੇ। ਕਿਹੜੇ ਰੱਬ ਦੀ ਗੱਲ ਕਰਦੇ ਆ?
महाराज तां कहंदे जो प्राणी गोबिंद ध्यावै पढ़िया अनपढ़िया परमगत पावै। ब्रह्म ज्ञानी अनपढ़ हो सकता है, ये महाराज ने नहीं कहा कि पढ़िया लिखिया ही ब्रह्म ज्ञानी होवेगा। जे मेरे को 4 अखरां दा ज्ञान है, मैं 2 अखर कथा दे बोल लेना तो मैं कहा बई नहीं दूजा कुछ नहीं। एक संत है, बेशक उन्होंने बाहरले अखरां दा ज्ञान नहीं, ਉਹਦਾ ਇੱਕ ਬੋਲ ਮੇਰੇ ਹਜ਼ਾਰਾਂ ਬੋਲ ਕਿਸੇ ਦਾ ਜੀਵਨ ਸਵਾਰ ਨਹੀਂ ਸਕਦੇ। ਉਹਦਾ ਇੱਕ ਬੋਲ ਔਰ ਹਜ਼ਾਰਾਂ ਦਾ ਜੀਵਨ ਸਵਾਰ ਸਕਦਾ ਹੈ, ਹਜ਼ਾਰਾਂ ਦਾ ਜੀਵਨ ਸਵਾਰ ਸਕਦਾ ਹੈ। ਅੱਜ ਨਾਲੋਂ ਪਹਿਲਾਂ ਜਿੰਨੇ ਮਹਾਤਮਾ ਮਹਾਂਪੁਰਸ਼ ਜੀਵਨ ਵਾਲੇ ਹੋਏ, ਬੇਸ਼ੱਕ ਉਹ ਮੁਖ ਤੋਂ ਨਹੀਂ ਬੋਲਦੇ ਸਨ ਗੁਰਸਿੱਖ, ਜਿੱਥੋਂ ਦੀ ਲੰਘ ਜਾਂਦੇ ਸਨ ਆਬੋ ਹਵਾ ਔਰਾ ਹੀ ਉਹਨਾਂ ਦਾ ਐਸਾ ਸੀ ਕਿ ਆਪਣੇ ਆਪ ਹੀ ਪਿੱਛੇ ਲੱਗ ਤੁਰਦੇ ਸਨ, ਆਪਣੇ ਆਪ ਹੀ ਗੁਰਸਿੱਖ ਬਣ ਜਾਂਦੇ ਸਨ। ਉਹਨਾਂ ਕੋਲ ਕਰਨੀ ਸੀ, ਸਾਡੇ ਕੋਲ ਕਥਨੀ ਆ, ਕਰਨੀ ਪੱਲੇ ਨਹੀਂ ਹੈ। ਅਸੀਂ ਇੱਕ ਏਜੰਡਾ ਲੈ ਕੇ ਤੁਰਦੇ ਹਾਂ, ਉਹ ਪੂਰਾ ਨਹੀਂ, ਉਹ ਛੱਡ ਦਿੱਤਾ ਅਧੂਰਾ ਹੈ, ਫਿਰ ਵੀ ਅਸੀਂ ਵੱਡੇ ਵੱਡੇ ਹੱਥ ਉਲੇਰ ਦਿੰਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਸੰਤ ਦਾ ਸਿੱਖ ਦਾ ਇੱਕੋ ਏਜੰਡਾ ਹੈ, ਉਹ ਆਪਣੇ ਆਪ ਨੂੰ ਮਟਾਉਂਦਾ ਹੈ, ਰੱਬ ਨੂੰ ਪਾਉਣਾ ਹੈ, ਬਸ ਕੰਮ ਇੰਨਾ ਹੀ ਹੈ। ਮਹਾਰਾਜ ਨੇ ਵੀ ਕਿਹਾ ਆਪ ਗਵਾਈਏ ਤਾਂ ਸਹੁ ਪਾਈਏ और कैसी चुतराई। असी दूजे नूं मटाउण तुरदे हां, दूजे नूं नीवां दिखाउण तुरदे हां, दूजे दी पिठ लवाउण तुरदे हां। बस बदकिस्मती यही होआ साडी। अपने आप नूं मटा, जिन्ना चिर अपने आप नूं ना मटाया उन्ना चिर याद रखना निरंकार नूं नहीं पा सकदे। बाकी गल्लां ही ने जिन्नियां मर्जी कीती जाइए। और महाराज कहते आप मटा परमात्मा नूं पा लवेंगा, फिर जीवन आनंद बन जाएगा, आनंद। और वो जीवन आनंदमई बन जाएगा। जिन्हों आपां कहने ना प्रोफैसर पूरन सिंह बड़ी हुई बड़ी चढ़दी कला सी, बड़ा महान विद्वान प्रोफैसर पूरन सिंह। और ये खट शास्त्री विद्वान सी प्रोफैसर पूरन सिंह, बड़ा महान विद्वान सी ते सिरे दा मुन्निया होया क्लीन शेप। ते डॉक्टर भाई वीर सिंह एक अध्यात्मकता उच्च कोटि दे विद्वान होए ने, उन्हां कोल डिग्री भी सी ते अध्यात्मकवादी दे ढंडाऊ भी अंदरों जुड़े हुए सन। और प्रोफैसर पूरन सिंह ने लैक्चर दिता ते जिहड़े डॉक्टर भाई वीर सिंह सन वो बहुता स्टेज ते बोलते नहीं सन। किताबां उन्होंने बहुत लिखियां ने और तर्जमा भी किया है गुरु ग्रंथ साहब महाराज जी का। और सतगुरु ने सवास घट बख्शे पूरा ना कर सके, नहीं तो उन्हां नाल दा टीका किसी तो नहीं होया जिन्ना उन्होंने लिखिया है, ओहो जी किसी की लिखत नहीं मिली। डॉक्टर भाई वीर सिंह का हवाला दे दईए तो कोई विद्वान PhD भी उठ के अगों चुप कर दिंदा है, वह भी नहीं बोलता। इन्ने वड्डे आलम फाजल सन। वो बैठे प्रोफैसर पूरन सिंह जिहड़ा सी और उन्हें लैक्चर दिता, उन्होंने गुमान सी मेरे वर्गा लैक्चरकार कौन, बड़ियां दलीलां ने। ते जदों बैठे ना कुछ भोजन छकन, डॉक्टर भाई वीर सिंह मार के ना उहदे सिर ते केसां च हत्थ कट्टे हुए सी। कहंदे केस बड़े कोमल ने तुहाडे और दलीलां बड़ियां ने तुहाडे कोल, अपीलां बड़ियां ने, एडे कोमल केस काहदे ना कटदे हो। ते प्रोफैसर पूरन सिंह कहंदे बई ऐ होया भी जिवें मेरे ना 100 घड़ा किसी ने पानी दा सिर विच पा दिता होवे, जिवें कोई सुत्ता पिया होवे ना ते फ्रिज दा पानी उत्ते पा दईए तो उन्होंने किवें कंबनी छिड़दी। कहंदे डॉक्टर भाई वीर सिंह दे सिर ते हथ ने इन्ना कुछ हिला दिता। उदों बाद उन्हें शेप नहीं कराई, केस रखे, एडा वड्डा ढंडाऊ होया कि बा कमाल दे दर्जे दा सी। बैठा होया ही डॉक्टर भाई वीर सिंह दे कोल पहुंच जांदा सी, चल के रोज दीदार करदा सी। कोई जुड़िया होया तां सिर ते हथ रखे। विद्या दी गल नहीं, विद्या नास्तिकां दे कोल बहुत जे। जुड़ी हुई आत्मा वो जोड़ेगी मुख तो भावें 4 बोल उहदे कोल नहीं, पर उहदी नज़र दे विच इन्ना कुछ है।
ਔਰ ਕਰਮ ਦੇ ਵਿੱਚ ਉਹਦੇ ਕੋਲ ਇੰਨਾ ਕੁਝ ਹੈ, ਉਹ ਜਿਹਦੇ ਤੇ ਕਿਰਪਾ ਕਰ ਦਿੰਦਾ ਨੂੰ ਮਿਲਾ ਦਿੰਦਾ ਹੈ। ਤੇ ਉਹ ਮਿਲਾਉਂਦਾ ਕਿਹਨੂੰ ਹੈ? ਉਹਦੀ ਬਾਹਾਂ ਗੁਰੂ ਨੂੰ ਪਕੜਾ ਦਿੰਦਾ ਹੈ। ਫਿਰ ਗੁਰੂ ਦੇ ਅੱਗੇ ਜੋਦੜੀ ਲੈਂਦਾ, ਮੇਰਾ ਕੰਮ ਸੀ ਤੇਰੇ ਤੱਕ ਲਿਆਉਣਾ ਮਾਲਕਾ, ਹੁਣ ਇਹਦੇ ਤੇ ਤੂੰ ਕਿਰਪਾ ਕਰੀ, ਇਹਨਾਂ ਨੂੰ ਤੂੰ ਸੰਭਾਲੀ, ਇਹਨਾਂ ਨੂੰ ਤੂੰ ਸੰਭਾਲੀ। ਤੇ ਫਿਰ ਮਹਾਰਾਜ ਕਹਿੰਦੇ ਗੁਰੂ ਆਪਣੇ ਪਿਆਰੇ ਦੀ ਸੁਣ ਕੇ ਉਹਦੇ ਤੇ ਕਿਰਪਾ ਕਰ ਦਿੰਦਾ ਹੈ, ਉਹਦੇ ਤੇ ਰਹਿਮਤ ਵਰਸਾ ਦਿੰਦਾ ਹੈ। ਭਾਈ ਅਦਲੀ ਨਾ, ਜਿਹਨੂੰ ਆਪਾਂ ਭਾਈ ਬਿਧੀ ਚੰਦ ਕਹਿੰਦੇ ਆ ਨਾ, ਬੜਾ ਇਤਿਹਾਸ ਦਾ ਵੱਡਾ ਤੱਥ ਹੈ। ਭਾਈ ਬਿਧੀ ਚੰਦ ਦਾ ਪਹਿਲਾ ਜੀਵਨ ਪਤਾ ਕੀ ਸੀ? ਮੱਝਾਂ ਚੋਰੀ ਕੀਤੀਆਂ ਸੀ ਇਹਨੇ, ਤੇ ਛੱਪੜ 'ਚ ਮੱਝਾਂ ਵਾੜ ਕੇ ਪਿੱਛੇ ਆਉਂਦੇ ਸੀ ਚੜੇ, ਤੇ ਭਾਈ ਅਦਲੀ ਗੁਰੂ ਕਾ ਸਿੱਖ ਬੈਠਾ ਸੀ, ਉਹਦੇ ਚੌਪੜੀ ਜਾ ਵੜਿਆ, ਉਥੋਂ ਮਾਲਾ ਲਈ ਜਪਣ ਲੱਗ ਪਿਆ। ਉਹ ਪਿੱਛੋਂ ਵਾਰ ਵਾਲੇ ਆਏ, ਉਹਨਾਂ ਆ ਕਿਹਾ ਵੀ ਸਾਡਾ ਤੁਹਾਡੇ ਕੋਲ ਚੋਰ ਆਇਆ। ਤੇ ਭਾਈ ਅਦਲੀ ਕਹਿੰਦਾ ਭਾਈ ਚੋਰਾਂ ਕੋਲ ਚੋਰ ਆਉਂਦੇ ਹੁੰਦੇ ਆ, ਔਰ ਸਾਡਾ ਸਾਧੂ ਇੱਕ ਅੰਦਰ ਬੈਠਾ ਤਪ ਕਰ ਰਿਹਾ, ਔਰ ਜੇ ਤੁਹਾਡਾ ਚੋਰ ਹੈ ਤੁਸੀਂ ਲੈ ਜਾਓ। ਦੇਖਿਆ ਵੀ ਨਹੀਂ, ਕਹਿੰਦੇ ਤਾਂ ਕੋਈ ਔਰ ਜੁੜੀ ਹੋਈ ਆਤਮਾ ਬੈਠਾ ਬੰਦਗੀ ਵਾਲਾ ਹੈ ਤਾਂ ਉਹ ਨਹੀਂ। ਬਾਹਰ ਵੇਖਿਆ, ਕਹਿੰਦੇ ਮੱਝਾਂ ਦੇ ਵੀ ਰੰਗ ਤਬਦੀਲ। ਖੈਰ ਭਾਈ ਅਦਲੀ ਕਹਿੰਦਾ ਤੁਹਾਡੀਆਂ ਨੇ, ਤੁਸੀਂ ਲੈ ਜਾਓ। ਤੇ ਜਦੋਂ ਚਲੇ ਗਏ ਕਹਿੰਦੇ ਵੀ ਆ ਜਾ ਬਾਹਰ। ਭਾਈ ਬਿਧੀ ਚੰਦ ਬਾਹਰ ਆਏ, ਕਹਿੰਦੇ ਬਾਬਾ ਤੇਰੀ ਮਾਲਾ 'ਚ ਬੜੀ ਕਰਾਮਾਤ ਹੈ, ਜਿਹਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਇਹ ਮੈਨੂੰ ਦੇ ਦੇ, ਮੱਝਾਂ ਮੁੱਝਾਂ ਚੋਰੀ ਕਰ ਲਿਆ ਕਰਾਂਗੇ, ਮੁੜ ਕੇ ਜਪਣ ਲੱਗੇ। ਕਹਿੰਦੇ ਐ ਨਹੀਂ ਕੰਮ ਕਰਦੀ ਇਹ ਕੰਮ ਐਉਂ ਕਰੇਗੀ, ਔਰ ਇਹਦੇ ਨਾਲ ਜਪ, ਤੇ ਤੂੰ ਹੁਣ ਇਹ ਪਾਸਾ ਛੱਡ। ਫਿਰ ਭਾਈ ਅਦਲੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਔਰ ਭਾਈ ਬਿਧੀ ਚੰਦ ਨੂੰ ਲੈ ਕੇ ਆਇਆ, ਤੇ ਲਿਆ ਕੇ ਕਿਹਾ ਮਹਾਰਾਜ ਇਹ ਲੈ ਆਂਦਾ, ਸੰਭਾਲੋ ਇਹਨੂੰ, ਤੁਸੀਂ ਇਹ ਤੇ ਕਿਰਪਾ ਕਰੋ। ਫਿਰ ਐਸੀ ਕਿਰਪਾ ਕੀਤੀ, ਔਰ ਉਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ ਇਹ ਗੁਰੂ ਕਾ ਸੀਨਾ ਹੈ, ਇਹ ਗੁਰੂ ਕਾ। ਉਹ ਗੁਰੂ ਕਾ ਸਿੱਖ ਜਿਹੜਾ ਹੈ ਨਾ, ਉਹ ਵਿਦਵਾਨ ਤਾਂ ਭਾਵੇਂ ਨਹੀਂ, ਉਹ ਸਿੱਧੇ ਬੋਲਾਂ ਦੇ ਵਿੱਚ ਰੱਬ ਨੂੰ ਬਾਂਹ ਪਕੜਾ ਦਿੰਦਾ ਹੈ, ਰੱਬ ਨੂੰ। ਤੇ ਜਿਹਦੇ ਤੇ ਗੁਰੂ ਨੂੰ ਕਹਿੰਦਾ ਇਹਦੇ ਤੇ ਕਿਰਪਾ ਕਰ। ਕਾਰ ਸੇਵਾ ਵਾਲੇ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਵਿੱਚੋਂ ਇੱਕ ਮਹਾਂਪੁਰਸ਼ ਹੋਏ, ਉਹਨਾਂ ਦਾ ਨਾਂ ਸੀਗਾ ਬਾਬਾ ਬੁੱਧੂ ਸਾਹਿਬ, ਉਹਨਾਂ ਨੂੰ ਕਹਿੰਦੇ ਸਨ ਬਾਬਾ ਬੁੱਧੂ ਸਾਹਿਬ। ਤੇ ਮਹਾਰਾਜਾ ਰਣਜੀਤ ਸਿੰਘ ਕਿਸੇ ਮੁਹਿੰਮ ਤੇ ਚੱਲਿਆ, ਤੇ ਉਹਨੇ ਸੁਣਿਆ ਵੀ ਰਸਤੇ ਵਿੱਚ ਬਾਬਾ ਬੁੱਧੂ ਸਾਹਿਬ ਨੇ, ਉਹਨਾਂ ਕੋਲ ਚੱਲੇ। ਡੇਰੇ ਆਇਆ, ਲੱਭਿਆ, ਕਿੱਥੋਂ ਭਾਲਿਆਂ ਮਿਲੇ। ਸੇਵਾਦਾਰਾਂ ਨੂੰ ਪੁੱਛਿਆ ਸੀ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਤੇ ਸੇਵਾਦਾਰ ਕਹਿੰਦਾ ਉਹ ਜਿਹੜਾ ਬੈਠਾ ਨਾ ਸਵਾਹ ਦੇ ਕੋਲ, ਤੇ ਉਹਦੇ ਕੋਲ ਚਲਿਆ ਜਾ, ਉਹੀ। ਤੇ ਜਿਹੜੇ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੇ, ਉਹ ਕਹਿੰਦੇ ਵੀ ਇਹਦੀ ਮੌਤ ਆਈ ਸੇਵਾਦਾਰ ਦੀ। ਇਹਨੇ ਮਹਾਰਾਜੇ ਨਾਲ ਕੀਤੀ ਮਸ਼ਕਰੀ। ਸੁਬਾਹ ਵਿੱਚ ਬੈਠੇ ਹੋਏ ਨੂੰ ਕਿਹਾ ਵੀ ਬਾਬਾ ਬੁੱਧੂ ਸਾਹਿਬ ਨੇ, ਔਰ ਭਾਂਡੇ ਧੋਂਦਾ, ਤੇ ਕਹਿੰਦੇ ਬਈ ਇਹ ਉਹ ਹੈ ਨਹੀਂ, ਤੇ ਇਹਦੀ ਮੌਤ ਆਈ ਆ, ਪਤਾ ਨਹੀਂ ਮਹਾਰਾਜਾ ਕੀ ਸਜ਼ਾ ਦੇਵੇ। ਜਦੋਂ ਇਹ ਗੱਲ ਕੀਤੀ ਤੇ ਜਾ ਕੇ ਉਹਨੂੰ ਕਹਿਣ ਲੱਗੇ ਮਹਾਰਾਜ ਜੀ, ਮਹਾਰਾਜਾ ਰਣਜੀਤ ਸਿੰਘ ਅਸੀਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਹੈ। ਪਹਿਲਾਂ ਤਾਂ ਉਹਨੇ ਨਾ ਸੇਵਾ ਵੱਲੋਂ ਧਿਆਨ ਛੱਡ ਕੇ ਤੇ ਮਹਾਰਾਜੇ ਰਣਜੀਤ ਸਿੰਘ ਦੇ ਮੂੰਹ ਵੱਲੇ ਚੰਗੀ ਤਰ੍ਹਾਂ ਦੇਖਿਆ। ਕਹਿੰਦਾ ਜੀ ਸੇਵਕ ਨੇ ਦੱਸਿਆ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ। ਤੇ ਬਾਬਾ ਬੁੱਧੂ ਸਾਹਿਬ ਕਹਿੰਦੇ ਬੁੱਧੂ ਤਾਂ ਮੈਂ ਆ, ਤੇ ਸਾਹਿਬ ਜਿਹੜਾ ਉਹ ਅੰਦਰ ਤਖਤੇ ਆ, ਤੂੰ ਦੱਸ ਕੰਮ ਕੀ। ਕਹਿੰਦੇ ਜੀ ਮੁਹਿੰਮ ਤੇ ਜਾ ਰਹੇ ਆ, ਤੇ ਅਰਦਾਸ ਕਰੋ ਮੁਹਿੰਮ ਸਾਰ ਹੋ ਜਾਵੇ। ਬਾਬਾ ਬੁੱਧੂ ਸਾਹਿਬ ਨੇ ਹੱਥ ਧੋਤੇ, ਪੈਰ ਧੋਤੇ, ਕੁੜਤੀ ਬਦਲੀ, ਕਹਿੰਦਾ ਚੱਲ ਮਹਾਰਾਜ ਦੇ ਅੱਗੇ ਜਾ ਕੇ ਸਿੱਧੇ ਬੋਲ, ਮਹਾਰਾਜ ਆ ਜਿਹਨੂੰ ਤੂੰ ਰਾਜ ਦਿੱਤਾ ਹੈ ਰਣਜੀਤ ਸਿੰਘ ਆਇਆ, ਇਹ ਚਾਹੁੰਦਾ ਹੈ ਮੇਰੀ ਇਸ ਜੰਗ ਵਿੱਚ ਜਿੱਤ ਹੋਵੇ, ਤੇ ਕਰ ਦਿਓ ਕਿਰਪਾ, ਤੁਹਾਡੇ ਕੋਲ ਆਇਆ, ਤੁਹਾਡੀ ਕਿਰਪਾ ਤੋਂ ਬਗੈਰ ਕੀ ਹੋਣਾ ਹੈ। ਰਣਜੀਤ ਸਿੰਘ ਨੇ ਮੱਥਾ ਟੇਕਿਆ, ਚਲਾ ਗਿਆ। ਮੁਹਿੰਮ ਸਾਰ ਹੋਈ, ਵਾਪਸ ਆ ਗਿਆ। ਫਿਰ ਬਾਬਾ ਬੁੱਧੂ ਸਾਹਿਬ ਨੂੰ ਵਧਾਈਆਂ ਦੇਵੇ, ਕਹਿਣ ਲੱਗਾ ਨਹੀਂ ਮਹਾਰਾਜ ਕੋਲ ਚੱਲ। ਅਰਦਾਸ ਕੀਤੀ, ਸ਼ੁਕਰਾਨਾ ਅਦਾ ਕੀਤਾ,
ਤੇ ਕਹਿਣ ਲੱਗਾ ਬਾਬਾ ਸਾਹਿਬ ਜੀ ਅੱਜ ਮੰਗੋ, ਦੱਸੋ ਕੀ ਚਾਹੀਦਾ ਹੈ। ਜੋ ਤੁਸੀਂ ਜ਼ਬਾਨ ਤੋਂ ਕਹੋਗੇ ਮਿਲ ਜਾਵੇਗਾ, ਮੈਂ ਰਾਜਾ ਹਾਂ। ਤੇ ਬਾਬਾ ਬੁੱਧੂ ਸਾਹਿਬ ਕਹਿੰਦੇ ਜਾ ਰਣਜੀਤ ਸਿੰਘ ਧਰਮ ਦਾ ਰਾਜ ਕਰ, ਪ੍ਰਜਾ ਨੂੰ ਸੁਖੀ ਵਸਾ, ਅੱਗੇ ਵੀ ਵਸਾਉਣਾ ਹੈ, ਜਾ ਰੱਬ ਦੀਆਂ ਦਾਤਾਂ। ਜਦੋਂ ਨਾ ਹਟਿਆ ਨਾ, ਤੀਜੀ ਕਬੀਰ ਮਹਾਰਾਜੇ ਨੇ ਕਿਹਾ ਤੇ ਬਾਬਾ ਸਾਹਿਬ ਅੱਗੋਂ ਰੋਹ ਵਿੱਚ ਆ ਗਏ, ਆਉਂਦੇ ਰਣਜੀਤ ਸਿੰਘ ਤੈਨੂੰ ਇੱਕ ਵਾਰੀ ਪਤਾ ਨਹੀਂ ਲੱਗਾ, ਓਏ ਜਿਹੜਾ ਤੈਨੂੰ ਜਿੱਤ ਦੇ ਸਕਦਾ ਹੈ ਤੂੰ ਆਇਆ, ਉਹ ਦਾਤਾ ਮੈਨੂੰ ਰੋਟੀ ਨਾ ਦੇਵੇਗਾ। ਜਿਹੜਾ ਤੇਰੀ ਅਰਦਾਸ ਸੁਣ ਸਕਦਾ ਮੇਰੀ ਨਾ ਸੁਣੇਗਾ, ਮੈਨੂੰ ਭੁੱਖਿਆਂ ਮਾਰ ਦੇਗਾ। ਓਏ ਤੂੰ ਕੱਲ ਮੰਗਤਾ ਬਣ ਕੇ ਆਇਆ, ਹੁਣ ਤੂੰ ਰਾਜਾ ਬਣ ਗਿਆ ਇਸ ਘਰ ਵਿੱਚ ਆ ਕੇ, ਔਰ ਜਿੱਤ ਇਹਦੀ ਤੂੰ ਕਹਿਣਾ ਮੈਂ ਜਿੱਤ ਗਿਆ। ਮਹਾਰਾਜੇ ਨੇ ਚਰਨ ਫੜ ਲਏ, ਮਹਾਰਾਜ ਹਉਮੈ ਆ ਗਈ। ਉਹ ਹਉਮੈ ਨੂੰ ਸੰਤ ਜਾਣਦਾ ਹੈ ਔਰ ਗੁਰਸਿੱਖ ਜਾਣਦਾ ਹੈ ਜੁੜਿਆ ਹੋਇਆ, ਉਹ ਤੈਨੂੰ ਨਿਰਮਾਨਤਾ ਚ ਲਿਆ ਕੇ ਜੋੜੇਗਾ। ਕਿਰਪਾ ਉਹਨੇ ਕਰਨੀ ਏ, ਰੱਬ ਦਾ ਪਿਆਰਾ ਗੁਰਸਿੱਖ ਗੁਰੂ ਨਾਲ ਮਿਲਾ ਦਿੰਦਾ ਹੈ ਤੇ ਮਿਲਾ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ। ਸਤਿਗੁਰ ਪ੍ਰਸਾਦ ਦਾ ਅਰਥ ਹੈ ਕਿਰਪਾ ਉਹਦੀ ਨਾਲ ਮਿਲਿਆ ਜਾਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਉਹਦੀ ਅਰਦਾਸ ਉਹਦਾ ਤਰਲਾ ਸੁਣ ਕੇ ਜਿਹਦੇ ਉੱਪਰ ਫਿਰ ਗੁਰੂ ਕਿਰਪਾ ਕਰਦਾ ਉਹਨੂੰ ਕਹਿੰਦਾ ਮੇਰਾ ਸੀਨਾ। ਜਿਹਦੇ ਤੇ ਕਿਰਪਾ ਕਰਦਾ ਉਹ ਨਾਸਤਕ ਨੂੰ ਆਸਤਕ, ਉਹਨੂੰ ਵਿਦਵਾਨ ਸੱਚੀ ਮੁੱਚੀ ਦਾ ਅੰਦਰੋਂ ਬਾਹਰੋਂ ਬਣਾ ਦਿੰਦਾ, ਜੋੜ ਦਿੰਦਾ ਹੈ। ਔਰ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਜੋੜ ਦਿੱਤਾ ਅੰਦਰੋਂ ਕੇਸ਼ਵ ਚੰਦਰ ਨੂੰ, ਜੋੜ ਦਿੱਤਾ ਪ੍ਰਿੰਸੀਪਲ ਗੰਗਾ ਸਿੰਘ ਨੂੰ, ਜੋੜ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਨੂੰ, ਔਰ ਗੁਰੂ ਕੇ ਸਿੱਖਾਂ ਨੇ ਬੇਅੰਤ ਨੂੰ ਜੋੜਿਆ। ਕਦੇ ਚਾਰ ਅੱਖਰਾਂ ਦਾ ਗੁਮਾਨ ਨਾ ਕਰੀਏ, ਔਰ ਉਹਦੀ ਕਿਰਪਾ ਹੋਣੀ ਹੈ। ਔਰ ਜਿਹੜਾ ਰੱਬ ਨਾਲ ਜੁੜਿਆ ਹੈ ਨਾ, ਉਹ ਤਨ ਨਾਲ ਨਹੀਂ ਜੋੜਦਾ, ਉਹ ਬਾਂਹ ਗੁਰੂ ਨੂੰ ਹੀ ਪਕੜਾਉਂਦਾ ਹੈ। ਚੱਲ ਗੁਰੂ ਅੱਗੇ ਅਰਦਾਸ ਕਰਦੇ, ਸਤਿਗੁਰੂ ਤੁਹਾਡੇ ਤੱਕ ਲੈ ਆਂਦਾ, ਇਹਦੀ ਕਿਰਪਾ ਕਰਿਆ ਜੀ, ਹੁਣ ਤੁਹਾਡਾ ਕੰਮ ਆ, ਮੇਰਾ ਕੰਮ ਇੱਥੋਂ ਖਤਮ ਹੋ ਗਿਆ। ਔਰ ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ ਨੂੰ ਐਵੇਂ ਇਹ ਵਸਣਾ ਹੀ ਅੰਦਰ, ਤੇਰੇ ਅੰਦਰ ਏਕਤਾ ਆਵੇ। ਅੱਜ ਲਈ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਅੱਗੇ ਜਿਵੇਂ ਭਾਈ ਗੁਰਦਾਸ ਸਾਹਿਬ 33 ਵਾਰ ਦੀ ਪਹਿਲੀ ਪੌੜੀ ਦੀ ਆਰੰਭਤਾ ਕਰਨਗੇ, ਉਹ ਆਪਾਂ ਕੱਲ ਦੇ ਸਮੇਂ ਅੰਦਰ ਵਾਚਨ ਦਾ ਯਤਨ ਕਰਾਂਗੇ। ਅੱਜ ਖਿਆਲ ਬਣਿਆ ਕਿ ਗੁਰੂ ਕਿਰਪਾ ਕਰੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਦੇ ਆਸਤਕਤਾ ਨਾਸਤਕਤਾ ਦਾ, ਜੁੜਨ ਦਾ, ਤੁਰਨ ਦਾ, ਏਕਤਾ ਦਾ, ਅਸੀਂ ਇੱਕ ਹੋ ਕੇ ਅੰਦਰੋਂ ਬਾਹਰੋਂ ਇੱਕ ਹੋ ਕੇ, ਫਿਰ ਉਹ ਬੀਜ ਜਿਹੜਾ ਨਾਮ ਬੀਜ ਹੈ ਨਾ, ਤੇ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਉਹ ਅੰਦਰੋਂ ਉਂਗਰ ਕੇ ਆਵੇਗਾ। ਉਹਨੇ ਪੌਦਾ ਬਣਨਾ ਹੈ, ਫਿਰ ਉਹਦੀ ਛਾਂ ਸਾਰੇ ਮੰਨਾਂਗੇ, ਆਨੰਦਿਤ ਹੋਵਾਂਗੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਮਾਲਕ ਦੇ ਬਚਨ ਜਾਨ ਔਰ ਗੁਰੂ ਕੀ ਸੰਗਤ ਨੇ, ਗੁਰੂ ਪ੍ਰੇਮ ਵਾਲਿਆਂ ਨੇ ਹਿਰਦੇ ਵਿੱਚ ਵਸਾਵਣੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰ ਦਾ ਕੂਕਰ ਜਾਣ, ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ